ਸੈਲਫ ਇੰਪਲੋਇਡ ਉਹ ਲੋਕ ਜਿਨ੍ਹਾਂ ਨੇ ਬਿਜ਼ਨਸ ਤਾਂ ਖੋਲ ਲਿਆ ਪਰ ਉਹ ਕਹਿੰਦੇ ਕਿ ਪਹਿਲਾਂ ਬਿਜ਼ਨਸ ਹੋਣਾ ਚਾਹੀਦਾ ਫਿਰ ਅਸੀਂ ਘਰ ਬਣਾਵਾਂਗੇ ਤੇ ਘਰ ਜਿਹੜਾ ਹਜੇ ਉਹਨਾਂ ਨੇ ਲੈਣਾ ਹੈ। ਜਦੋਂ ਮਾਰਕੀਟ ਹੌਟ ਹੋ ਜਾਂਦੀ ਹੈ ਜਿਹੜਾ ਸੈਲਰ ਹੈ ਉਹ ਇਹ ਚਾਹੁੰਦਾ ਕਿ ਮੈਂ ਕਿਸੇ ਚੱਕਰ 'ਚ ਨਾ ਫਸਾਂ, ਅੱਜ ਹੀ ਆਫਰ ਲਈ ਆ ਤੇ ਮੈਨੂੰ ਅੱਜ ਹੀ ਡਰਾਫਟ ਮਿਲ ਜਾ ਤੇ ਮੇਰੀ ਪ੍ਰਾਪਰਟੀ ਵਿਕ ਜਾਏ। ਜਦੋਂ ਬੰਦਾ 40 ਘੰਟੇ ਇੱਕ ਹਫ਼ਤੇ 'ਚ ਕੰਮ ਕਰਦਾ 2 ਵੀਕਾਂ ਬਾਅਦ ਉਹਨੂੰ ਚੈੱਕ ਮਿਲ ਜਾਂਦਾ, ਜਿਹਨੂੰ ਕਿ ਆਪਾਂ ਪੇ ਸਟੱਬ ਕਹਿੰਦੇ ਆ। ਚੈੱਕ ਉਹਨੇ ਜਮ੍ਹਾਂ ਕਰਾਇਆ, ਪੇ ਸਟੱਬ ਆਪਣੇ ਕੋਲ ਰੱਖ ਲੈਂਦਾ। ਉਹ ਜਿਹੜਾ ਪੇ ਸਟੱਬ ਹੈ ਉਹ ਬੈਂਕ ਮੰਗ ਲੈਂਦਾ ਵੈਰੀਫਾਈ ਕਰਨ ਵਾਸਤੇ ਕਿ ਹਾਂ ਇਹ ਜੌਬ ਇੱਥੇ ਕਰ ਰਿਹਾ, ਇੰਨੇ ਡਾਲਰ ਇਹਨੂੰ ਘੰਟੇ ਦੇ ਮਿਲ ਰਹੇ ਆ ਔਰ ਐਵਰੀ 2 ਵੀਕ ਇਹਨੂੰ ਚੈੱਕ ਮਿਲ ਰਹੀ ਆ। ਜੇ ਤੁਸੀਂ ਕੋਈ ਬਿਜ਼ਨਸ ਰਨ ਕਰ ਰਹੇ ਹੋ, ਜਿੰਨੀ ਵੀ ਬਿਜ਼ਨਸ ਦੀ ਇਨਕਮ ਹੈ ਤੁਹਾਡੀ ਉਹਦੇ ਬੇਸ ਤੇ ਮਾਰਗੇਜ ਹੋ ਸਕਦੀ ਹੈ। ਹੁਣ ਕਈ ਉਬਰ ਚਲਾ ਰਹੇ ਨੇ, ਹਾਂਜੀ, ਹੁਣ ਉਹਨਾਂ ਦੀ ਇਨਕਮ ਵੀ ਕੰਸੀਡਰ ਹੋ ਜਾਂਦੀ ਹੈ ਜੇ ਮਾਰਗੇਜ ਲੈਣੀ ਹੈ। ਜੇ ਤੁਸੀਂ ਸਾਰੇ ਦੇ ਸਾਰੇ ਪੈਸੇ ਕੈਸ਼ ਹੀ ਲੈਂਦੇ ਹੋ ਔਰ ਸਾਲ ਤੋਂ ਬਾਅਦ ਟੈਕਸ ਬਿਲਕੁਲ ਨਹੀਂ ਦੇ ਰਹੇ, ਮੁਸ਼ਕਿਲ ਹੋ ਸਕਦੀ ਹੈ। ਉਬਰ ਅਜੇ ਫੇ ਬੈਨੀਫੀਸ਼ੀਅਲ ਹੈ ਕਿਉਂਕਿ ਉਬਰ ਦੇ ਡਾਇਰੈਕਟ ਡਿਪੋਜ਼ਿਟ ਹੈ, ਜਿੰਨੇ ਵੀ ਗੇੜੇ ਲਾਉਣੇ ਤੁਹਾਨੂੰ ਕੈਸ਼ ਮਿਲਣਾ ਹੀ ਨਹੀਂ, ਤੁਹਾਡੇ ਅਕਾਊਂਟ ਦੇ ਵਿੱਚ ਸਿੱਧੀ ਐਂਟਰੀ ਆਣੀ। ਜ਼ਰੂਰੀ ਨਹੀਂ ਕਿ ਜਿੰਨੀ ਇਨਕਮ ਤੁਸੀਂ ਬੈਂਕ 'ਚ ਜਮ੍ਹਾਂ ਕਰਾ ਰਹੇ ਹੋ ਤੁਹਾਨੂੰ ਸਾਰਿਆਂ ਦੇ ਟੈਕਸ ਦੇਣਾ ਪਵੇ, ਕਿਉਂਕਿ ਜੇ ਤੁਹਾਡੀ ਇਨਕਮ ਤੁਸੀਂ ਜਮ੍ਹਾਂ ਕਰਾ ਰਹੇ ਹੋ ਤੇ ਖਰਚੇ ਵੀ ਫਿਰ ਉੱਥੋਂ ਕੱਢੋਗੇ। ਸੋ ਆਪਣੀ ਇਨਕਮ 'ਚੋਂ ਖਰਚੇ ਕੱਢ ਕੇ ਜੋ ਤੁਹਾਨੂੰ ਬਚੇਗਾ ਉਹੀ ਤੁਹਾਡੀ ਇਨਕਮ ਬਣਨੀ, ਉੱਤੇ ਟੈਕਸ ਦੇਣਾ ਤੁਸੀਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਬਿਜ਼ਨਸ ਕਨੈਕਟ ਦੇ ਵਿੱਚ ਸਵਾਗਤ ਹੈ। ਤੇ ਅੱਜ ਗੱਲਬਾਤ ਕਰਾਂਗੇ ਮਾਰਗੇਜ ਦੇ ਬਾਰੇ। ਮਾਰਗੇਜ ਦੇ ਬਾਰੇ ਬਹੁਤ ਸਾਰੇ ਸਵਾਲ ਸਾਡੇ ਤੱਕ ਪਹੁੰਚਦੇ ਆ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਜਵਾਬ ਵੀ ਤੁਹਾਡੇ ਤੱਕ ਪਹੁੰਚਾ ਦਿੱਤੇ ਜਾਣ। ਅੱਜ ਮਾਰਗੇਜ ਦੇ ਵੱਖ-ਵੱਖ ਟੌਪਿਕਸ ਨੇ, ਉਹਨਾਂ ਦੇ ਵਿੱਚੋਂ ਇੱਕ ਤੇ ਗੱਲ ਹੋਵੇਗੀ। ਉਹਦੇ ਵਿੱਚ ਇੱਕ ਹੈ ਸਮਾਲ ਬਿਜ਼ਨੈਸਿਸ, ਜਿਨ੍ਹਾਂ ਦੇ ਛੋਟੇ ਬਿਜ਼ਨਸ ਨੇ ਜਾਂ ਨਵੇਂ ਬਿਜ਼ਨਸ ਨੇ। ਉਹਨਾਂ ਨੇ ਬਿਜ਼ਨਸ ਤਾਂ ਖੋਲ੍ਹ ਲਏ ਨੇ ਪਰ ਘਰ ਲੈਣਾ ਕਿਵੇਂ ਕਰ ਲਿਆ ਜਾ ਸਕਦਾ, ਕਿਉਂਕਿ ਪੇ ਸਟੱਬ ਨਹੀਂ ਹੁੰਦੀ, ਜੌਬ ਲੈਟਰ ਕਿਵੇਂ ਲਈ ਜਾਣੀ ਹੈ, ਉਹਦੀਆਂ ਕਿਹੜੀਆਂ ਕਹਿ ਸਕਦੇ ਆ ਕਿ ਰਿਕੁਆਇਰਮੈਂਟਸ ਹੈਗੀਆਂ ਨੇ, ਮਾਰਗੇਜ ਇੰਸ਼ੋਰੈਂਸ ਕੀ ਹੁੰਦੀ ਹੈ, ਹੋਰ ਬਹੁਤ ਸਾਰੇ ਸਵਾਲ ਜਿਹੜੇ ਇਨਕਲੂਡ ਹੋਣੇ ਆ। ਤੇ ਖਾਸ ਕਰਕੇ ਜਿਹੜੇ ਟੈਕਸੀ ਡਰਾਈਵਰ ਨੇ, ਕੈਬ ਡਰਾਈਵਰ ਨੇ, ਖਾਸ ਕਰਕੇ ਉਬਰ ਡਰਾਈਵਰ ਨੇ, ਉਹਨਾਂ ਦੇ ਲਈ ਮਾਰਗੇਜ ਦੀਆਂ ਰਿਕੁਆਇਰਮੈਂਟਸ ਕਿਹੜੀਆਂ ਹੋ ਸਕਦੀਆਂ ਨੇ। ਸੋ ਬਹੁਤ ਸਾਰੇ ਕੁਐਸਚਨਸ ਉਹਨਾਂ ਦੇ ਰਿਲੇਟਡ ਨੇ ਤੇ ਉਹਨਾਂ ਦੇ ਸਵਾਲ ਪੁੱਛਦੇ ਆ ਥਾਮਸ ਮਾਰਗੇਜ ਤੋਂ ਮਿਸਟਰ ਵਿਨੇ ਸ਼ਰਮਾ ਤੋਂ। ਆਓ ਸਵਾਗਤ ਕਰ ਲੈਂਦੇ ਹਾਂ ਜੀ। ਸ਼ਰਮਾ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਸ਼ ਜੀ, ਤੁਹਾਨੂੰ ਔਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਸੋ ਸ਼ਰਮਾ ਜੀ, ਘਰਾਂ ਦੀ ਪਹਿਲਾਂ ਤਾਂ ਇਹ ਦੱਸੋ ਕਿ ਕਿਸ ਤਰ੍ਹਾਂ ਦੀ ਮਾਰਕੀਟ ਚੱਲ ਰਹੀ ਹੈ। ਮਾਰਕੀਟ ਦਾ ਨਾ, ਜਿਵੇਂ ਇੱਕ ਦੋ ਗੱਡੀ ਆਪਾਂ ਤੇਜ਼ ਚਲਾਉਂਦੇ ਉਸ ਤੋਂ ਬਾਅਦ ਇੱਕ ਟਾਈਮ ਆਉਂਦਾ ਉਹਨੂੰ ਕਹਿੰਦੇ ਕੂਲਿੰਗ ਪੀਰੀਅਡ। ਤੋਂ ਗੱਡੀ ਆਪਾਂ ਖੜੀ ਕਰਦੇ ਨਾ, ਪੱਖਾ ਉਹਦਾ ਚੱਲਦਾ ਰਹਿੰਦਾ, ਕੂਲਿੰਗ ਹੁੰਦੀ ਹੈ। ਸੋ ਕੂਲਿੰਗ ਟਾਈਮ ਚੱਲ ਰਿਹਾ ਮਾਰਕੀਟ ਦਾ, ਕਿਉਂਕਿ ਬਹੁਤ ਜ਼ਿਆਦਾ ਅਗਰੈਸਿਵ ਮਾਰਕੀਟ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ। ਯੂਜ਼ਲੀ ਨਵੇਂ ਸਾਲ ਜਦੋਂ ਆਉਂਦਾ ਹੈ, ਕ੍ਰਿਸਮਸ ਟਾਈਮ ਹੁੰਦਾ, ਮਾਰਕੀਟ ਸਲੋ ਡਾਊਨ ਹੋ ਜਾਂਦੀ ਹੈ। ਪਰ VC ਦੇ ਵਿੱਚ ਉਲਟਾ ਹੋਇਆ, ਮਾਰਕੀਟ ਹੋਰ ਜ਼ਿਆਦਾ ਤੇਜ਼ ਹੋ ਗਈ। ਜਿਹੜੀ ਘਰਾਂ ਦੀਆਂ ਕੀਮਤਾਂ ਸਨ 2 ਗੁਣਾ 3 ਗੁਣਾ 4 ਗੁਣਾ ਵੀ ਵਧੀਆਂ, ਕਈ ਜਗ੍ਹਾ 'ਤੇ ਉੱਤੇ ਮਲਟੀਪਲ ਆਫਰਸ ਆ ਰਹੀਆਂ ਸਨ। ਪਰ ਹੁਣ ਜਿਵੇਂ ਹੀ ਥੋੜ੍ਹਾ ਜਿਹਾ ਇੰਟਰਸਟ ਰੇਟ ਉੱਪਰ ਹੋਇਆ, ਕੂਲਿੰਗ ਟਾਈਮ ਸ਼ੁਰੂ ਹੋ ਗਿਆ। ਸੋ ਇਹ ਨਹੀਂ ਹੈ ਕਿ ਬਾਇਰਸ ਨਹੀਂ ਹੈਗੇ ਮਾਰਕੀਟ ਦੇ ਵਿੱਚ, ਇਹ ਵੀ ਨਹੀਂ ਕਿ ਪ੍ਰਾਪਰਟੀਆਂ ਨਹੀਂ ਹੈ, ਦੋਨੋਂ ਚੀਜ਼ਾਂ ਹੈਗੀਆਂ। ਸਟਿਲ ਬਾਇਰ ਜ਼ਿਆਦਾ ਨੇ, ਪ੍ਰਾਪਰਟੀਜ਼ ਘੱਟ ਨੇ। ਡਿਮਾਂਡ ਐਂਡ ਸਪਲਾਈ ਅਜੇ ਵੀ ਉਸ ਤਰ੍ਹਾਂ ਹੀ ਹੈ, ਅਜੇ ਡਿਮਾਂਡ ਜ਼ਿਆਦਾ ਹੈ, ਸਪਲਾਈ ਘੱਟ ਹੈ। ਪਰ ਲੋਕ ਜਿਹੜੇ ਕਾਹਲੀ ਕਰ ਰਹੇ ਸੀ ਉਹ ਥੋੜ੍ਹਾ ਜਿਹਾ ਰਿਲੈਕਸ ਹੋ ਗਏ ਨੇ। ਸੋ ਮਲਟੀਪਲ ਆਫਰਸ ਨਹੀਂ ਜਾ ਰਹੀਆਂ, ਅੱਛੀ ਪ੍ਰਾਈਸ 'ਤੇ, ਠੀਕ ਪ੍ਰਾਈਸ 'ਤੇ ਪ੍ਰਾਪਰਟੀਆਂ ਮਿਲ ਰਹੀਆਂ ਨੇ। ਤੁਹਾਨੂੰ ਪ੍ਰਾਪਰਟੀ ਜਾ ਕੇ ਦੇਖਣ ਦਾ ਟਾਈਮ ਮਿਲ ਰਿਹਾ। ਪਹਿਲਾਂ ਤਾਂ ਦੇਖ ਹੀ ਨਹੀਂ ਸਕਦੇ ਸੀ, ਇੰਨੀ ਕਾਹਲੀ ਹੁੰਦੀ ਸੀ, 50-100 ਆਫਰਸ ਇਕੱਠੀਆਂ ਆ ਗਈਆਂ ਤੇ ਇਹ ਕਿਹਾ ਜਾਂਦਾ ਸੀਗਾ ਬਿਨਾਂ ਦੇਖੇ ਆਫਰ ਪਾ ਦਿਓ ਜੀ, ਕੈਸ਼ ਆਫਰ ਪਾ ਦਿਓ ਜੀ। ਔਰ ਲੋਕਾਂ ਨੂੰ ਪਾਉਣੀਆਂ ਪੈਂਦੀਆਂ ਸਨ ਕਿਉਂਕਿ ਉਹਨਾਂ ਨੂੰ ਪ੍ਰਾਪਰਟੀ ਮਿਲ ਨਹੀਂ ਸੀ ਪਾ ਰਹੀ। ਪਰ ਹੁਣ ਥੋੜ੍ਹਾ ਜਿਹਾ ਮੈਂ ਜਿਵੇਂ ਕਿਹਾ ਕੂਲਿੰਗ ਹੋਣ ਕਰਕੇ ਤੁਸੀਂ ਪ੍ਰਾਪਰਟੀ ਦੇਖ ਸਕਦੇ ਹੋ, ਥੋੜ੍ਹੀ ਬਹੁਤੀ ਘੱਟ ਆਫਰ ਪਾ ਸਕਦੇ ਹੋ, ਥੋੜ੍ਹੀ ਬਹੁਤੀ ਨੈਗੋਸ਼ੀਏਸ਼ਨ ਹੋ ਜਾਂਦੀ ਹੈ। ਬਾਕੀ ਅਗੇਨ ਸੈਲਰ ਦੀ ਮਰਜ਼ੀ ਹੁੰਦੀ ਹੈ ਕਿ ਉਹਨੇ ਪ੍ਰਾਪਰਟੀ ਕਿੰਨੇ ਦੀ ਵੇਚਣੀ ਵੀ ਹੈ ਕਿ ਨਹੀਂ ਵੇਚਣੀ, ਉਸ ਪ੍ਰਾਈਸ ਤੇ ਜੋ ਤੁਸੀਂ ਆਫਰ ਕਰ ਰਹੇ ਹੋ। ਕਿਵੇਂ ਤਾਂ ਉਦਾਂ ਹੀ ਸੇਲ ਲਾ ਕੇ ਦੇਖਦੇ ਹੁੰਦੇ ਵੀ ਕਿੰਨੀ ਕੁ ਪ੍ਰਾਪਰਟੀ ਗਾਹ ਜਾਂਦੀ ਹੈ ਤੇ ਬਾਅਦ ਚ ਕੋਈ ਡਿਸੀਜਨ ਲਿਆ ਜਾਵੇ। ਕੈਸ਼ ਆਫਰ ਦੀ ਤੁਸੀਂ ਗੱਲ ਕੀਤੀ ਹੈ, ਕੈਸ਼ ਆਫਰ ਕਿਸ ਤਰ੍ਹਾਂ ਪਾਇਆ ਜਾਂਦਾ? ਕੈਸ਼ ਆਫਰ ਦਾ ਮਤਲਬ ਹੁੰਦਾ ਵੀ ਕੋਈ ਕੰਡੀਸ਼ਨ ਨਹੀਂ ਹੈਗੀ। ਜਦੋਂ ਵੀ ਆਪਾਂ ਘਰ ਦੇਖਣ ਜਾਂਦੇ ਹਾਂ, ਆਪਾਂ ਘਰ ਦੇਖਦੇ ਹਾਂ, ਉਸ ਤੋਂ ਬਾਅਦ ਇੱਕ ਆਪਾਂ ਆਫਰ ਪਾਉਂਦੇ ਹਾਂ ਜਿਹੜੀ ਕਿ ਪਰਚੇਜ਼ ਪ੍ਰਾਈਸ ਕੁਛ ਵੀ ਹੋ ਸਕਦੀ ਹੈ। ਉਹਨੂੰ ਅਸੀਂ ਆਪਣੇ ਵੱਲੋਂ ਇੱਕ ਆਫਰ ਭੇਜਦੇ ਹਾਂ ਕਿ ਤੁਹਾਡਾ ਘਰ ਅਸੀਂ ਇੰਨੇ ਪ੍ਰਾਈਸ 'ਤੇ ਬਾਏ ਕਰਨਾ ਚਾਹੁੰਦੇ ਹਾਂ। ਯੂਜ਼ਲੀ ਜਦੋਂ ਆਪਾਂ ਘਰ ਬਾਏ ਕਰਦੇ ਹਾਂ, ਜਿਹੜੀ ਆਫਰ ਲਿਖਦੇ ਹਾਂ ਉਹਦੇ ਵਿੱਚ ਜਿਹੜੀ ਪ੍ਰਾਪਰਟੀ ਹੈ ਉਹਦੇ ਸੈਲਰ ਦਾ ਨਾਮ ਹੁੰਦਾ, ਫਿਰ ਪ੍ਰਾਪਰਟੀ ਦੀ ਡੀਟੇਲ ਹੁੰਦੀ ਹੈ ਕਿ ਇਹਦਾ ਮਿਊਨਿਸਪੈਲਿਟੀ ਦਾ ਕੀ ਨੰਬਰ ਹੈ, PID ਨੰਬਰ ਕੀ ਹੈ ਇਸ ਪ੍ਰਾਪਰਟੀ ਦਾ, ਇਸ ਪ੍ਰਾਪਰਟੀ ਦੀ ਕਿੰਨੇ ਸਕੁਅਰ ਫੀਟ ਨੇ, ਕਿੰਨੇ ਬੈਡਰੂਮ ਨੇ, ਕਿੰਨੇ ਵਾਸ਼ਰੂਮ ਨੇ। ਫਿਰ ਇੱਕ ਅਮਾਊਂਟ ਭਰੀ ਜਾਂਦੀ ਹੈ ਕਿ ਬਾਇਰ ਜਿਹੜਾ ਉਹ ਇੰਨੇ ਪੈਸੇ ਦੇਣਾ ਚਾਹੁੰਦਾ। ਪ੍ਰਾਪਰਟੀ ਮੰਨ ਲਓ $1 ਮਿਲੀਅਨ ਦੀ ਹੈ, ਬਾਇਰ ਕਹਿ ਸਕਦਾ ਮੈਂ 9 ਲੱਖ ਦੀ ਲੈਣੀ, 950 ਦੀ ਲੈਣੀ। ਪਰ ਪਿੱਛੇ ਜਿਹਾ ਮਾਰਕੀਟ ਤੇਜ਼ ਹੋਣ ਕਰਕੇ
ਜਿਹੜੀ ਪ੍ਰਾਪਰਟੀ ਦੀਆਂ ਵੈਲਿਊ ਸਨ ਜੋ ਲਿਸਟਡ ਪ੍ਰਾਈਸ ਤੋਂ ਵੱਧ ਜਾ ਰਹੀਆਂ ਸਨ। ਔਰ ਜਦੋਂ ਕੋਈ ਬੰਦਾ ਸਬਜੈਕਟ ਪਾਉਂਦਾ ਸੀਗਾ ਫਿਰ ਸਬਜੈਕਟ ਪਾਏ ਜਾਂਦੇ ਨੇ। ਸਬਜੈਕਟ ਯੂਜ਼ਲੀ ਹੁੰਦਾ ਹੈ ਫਾਈਨਾਂਸਿੰਗ ਦਾ, ਸਬਜੈਕਟ ਹੁੰਦਾ ਹੈ ਟਾਈਟਲ ਸਰਚ ਦਾ, ਸਬਜੈਕਟ ਹੁੰਦਾ ਆ ਕਈ ਵਾਰ ਇਨਸਪੈਕਸ਼ਨ ਦਾ ਵੀ ਉਹਦੇ ਵਿੱਚ ਪਾਇਆ ਹੁੰਦਾ ਆ, ਜਾਂ ਕਿਸੇ ਨੇ ਪ੍ਰਾਪਰਟੀ ਡਿਸਕਲੋਜ਼ਰ ਸਟੇਟਮੈਂਟ ਲੈਣੀ ਹੁੰਦੀ ਹੈ, ਉਹਨੂੰ PDS ਕਹਿੰਦੇ ਆ ਕਿ ਪ੍ਰਾਪਰਟੀ ਦੇ ਵਿੱਚ ਪਹਿਲਾਂ ਕੀ ਹਿਸਟਰੀ ਹੈ, ਕੀ ਕੁਛ ਹੋਇਆ। ਇਹ ਬਾਇਰ ਯੂਜ਼ਲੀ ਇਹ ਸਬਜੈਕਟ ਪਾ ਦਿੰਦਾ ਸੀ ਔਰ ਇਹ ਸਬਜੈਕਟ ਰਿਮੂਵ ਕਰਨ ਦਾ ਇੱਕ ਟਾਈਮ ਹੁੰਦਾ ਸੀ, ਹਫਤਾ 10 ਦਿਨ ਉਹਨੂੰ ਹੋਰ ਮਿਲ ਜਾਂਦੇ ਸਨ। ਫਿਰ ਜਿਹੜਾ ਸੈਲਰ ਦਾ ਰੀਅਲਟਰ ਸੀ ਉਹ ਸਾਰੀ ਚੀਜ਼ਾਂ ਜਵਾਬ ਲੈ ਕੇ ਆਉਂਦਾ ਸੀ, ਟਾਈਟਲ ਸਰਚ ਕਰਕੇ ਆਉਂਦਾ ਸੀ, ਪ੍ਰਾਪਰਟੀ ਡਿਸਕਲੋਜ਼ਰ ਸਟੇਟਮੈਂਟ ਸੈਲਰ ਕੋਲੋਂ ਲੈ ਕੇ ਆਉਂਦੇ ਸੀ ਵੀ ਇਹ ਪ੍ਰਾਪਰਟੀ 'ਚ ਕਿਤੇ ਗਰੋ ਅਪ ਤਾਂ ਨਹੀਂ, ਇਹ ਪ੍ਰਾਪਰਟੀ ਜਿਹੜੀ ਹੈ ਇਹਦੇ ਜਿਹੜੇ ਹੌਟ ਵਾਟਰ ਟੈਂਕ ਨੇ ਜਾਂ ਇਲੈਕਟ੍ਰਿਕ ਕਦੋਂ ਕੁ ਅਪਗ੍ਰੇਡ ਹੋਈਆਂ ਆ, ਜਾਂ ਇਹਦੇ 'ਚ ਐਕਸਟੈਂਸ਼ਨ ਹੋਈ ਹੈ ਕਿ ਨਹੀਂ ਹੋਈ, ਇਸ ਘਰ ਦੇ ਵਿੱਚ ਕਿੰਨਾ ਪੁਰਾਣਾ ਘਰ ਹੈ, ਉਹ ਸਾਰੀਆਂ ਇਹਦੇ ਵਿੱਚ ਸਬਜੈਕਟ ਪੈਂਦੇ ਸਨ। ਫਿਰ ਇੱਕ ਜੋ ਮੇਨ ਸਬਜੈਕਟ ਹੁੰਦਾ ਸੀ ਉਹ ਇਨਸਪੈਕਸ਼ਨ ਦਾ, ਇੰਸਪੈਕਟਰ ਨੂੰ ਬੁਲਾ ਕੇ ਘਰ ਦੀ ਇੰਸਪੈਕਸ਼ਨ ਕੀਤੀ ਜਾਂਦੀ ਸੀ ਔਰ ਉਹ ਜਿਹੜੀ ਇੰਸਪੈਕਸ਼ਨ ਹੈ ਉਹ 'ਚ ਪਤਾ ਲੱਗਦਾ ਸੀ ਵੀ ਘਰ ਦੇ ਵਿੱਚ ਟੂਟੀਆਂ ਕੰਮ ਕਰ ਰਹੀਆਂ ਕਿ ਨਹੀਂ, ਇਲੈਕਟ੍ਰਿਕ ਠੀਕ ਹੈ ਕਿ ਨਹੀਂ, ਪਲੰਬਿੰਗ ਠੀਕ ਹੈ ਕਿ ਨਹੀਂ, ਰੂਫ ਦੀ ਕੰਡੀਸ਼ਨ ਕਿਹੋ ਜਿਹੀ ਹੈ, ਫਾਊਂਡੇਸ਼ਨ ਕਿਹੋ ਜਿਹੀ ਹੈ। ਤੇ ਸਭ ਤੋਂ ਇੰਪੋਰਟੈਂਟ ਸਬਜੈਕਟ ਹੁੰਦਾ ਸੀਗਾ ਮਾਰਗੇਜ ਦਾ। ਔਰ ਜਿਹੜਾ ਮਾਰਗੇਜ ਦਾ ਸਬਜੈਕਟ ਸੀ ਉਹਨੂੰ ਰਿਮੂਵ ਕਰਨ ਵਾਸਤੇ ਬੈਂਕ ਕੋ ਜਾ ਕੇ ਜਿਹੜਾ ਬਾਇਰ ਹੈ ਉਹ ਆਪਣੀ ਮਾਰਗੇਜ ਕੁਆਲੀਫਿਕੇਸ਼ਨ ਜਾਂ ਪ੍ਰੀ ਅਪਰੂਵਲ ਲੈ ਕੇ ਆਉਂਦਾ ਸੀ। ਪਰ ਜਦੋਂ ਮਾਰਕੀਟ ਹੌਟ ਹੋ ਜਾਂਦੀ ਹੈ, ਜਿਹੜਾ ਸੈਲਰ ਹੈ ਉਹ ਇਹ ਚਾਹੁੰਦਾ ਕਿ ਮੈਂ ਕਿਸੇ ਚੱਕਰ 'ਚ ਨਾ ਫਸਾਂ, ਅੱਜ ਹੀ ਆਫਰ ਲਈ ਆ ਤੇ ਮੈਨੂੰ ਅੱਜ ਹੀ ਡਰਾਫਟ ਮਿਲ ਜਾਏ ਤੇ ਮੇਰੀ ਪ੍ਰਾਪਰਟੀ ਵਿਕ ਜਾਏ। ਉਸ ਟਾਈਮ ਤੇ ਯੂਜ਼ਲੀ ਲੋਕ ਜਿਹੜੇ ਸਨ ਜਿਹੜਾ ਉਹ ਘਰ ਨੂੰ ਸੱਚੀ ਪਸੰਦ ਕਰਦੇ ਆ, ਉਹ ਕੈਸ਼ ਆਫਰ ਪਾਉਂਦੇ ਸਨ। ਕੈਸ਼ ਆਫਰ ਦਾ ਮਤਲਬ ਇਹ ਹੈ ਕਿ ਕੋਈ ਸਬਜੈਕਟ ਨਹੀਂ। ਸੋ ਜੇ ਉਹਨਾਂ ਨੇ ਅੱਜ ਹਾਂ ਕੀਤੀ ਹੈ, ਡਿਪੋਜ਼ਿਟ ਡਰਾਫਟ ਦੇ ਦਿੱਤਾ ਤੇ ਕੱਲ੍ਹ ਨੂੰ ਉਹ ਮੁੱਕਰ ਨਹੀਂ ਸਕਦੇ ਵੀ ਇਹਦੇ ਵਿੱਚ ਆਹ ਨੁਕਸ ਹੈ ਜੀ ਅਸੀਂ ਪ੍ਰਾਪਰਟੀ ਨਹੀਂ ਲੈਣੀ, ਉਹਨੂੰ ਕਹਿੰਦੇ ਆ ਜੀ ਕੈਸ਼ ਆਫਰ। ਵਿਦਆਊਟ ਸਬਜੈਕਟ ਜਿਹੜੀ ਆਫਰ ਹੁੰਦੀ ਆ ਉਹਨੂੰ ਕੈਸ਼ ਆਫਰ ਗਿਣਿਆ ਜਾਂਦਾ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਾਊਂਟ ਹੁੰਦੀਆਂ ਨੇ ਜਦੋਂ ਇੱਕ ਘਰ ਲੈਣਾ, ਇਹ ਨਹੀਂ ਕਿ ਘਰ ਲੈ ਲਿਆ ਦੈਟਸ ਇਟ। ਬਹੁਤ ਸਾਰੀਆਂ ਚੀਜ਼ਾਂ ਸੌਖਾ ਨਹੀਂ, ਹੁਣ ਤਾਂ ਸਮਝ ਆਉਣ ਲੱਗ ਗਈ ਹੈ ਕਿ ਇੰਨੇ ਕੁ ਜ਼ਿਆਦਾ ਅਸੀਂ ਪ੍ਰੋਗਰਾਮ ਕਰ ਲਏ ਹੈਗੇ ਆ, ਪਰ ਫਿਰ ਵੀ ਬਹੁਤ ਆਸਪੈਕਟ ਹੈ, ਬਹੁਤ ਵਾਈਡ ਏਰੀਆ ਹੈਗਾ ਜਿਹਨੂੰ ਕਵਰ ਕੀਤਾ ਜਾ ਸਕਦਾ। ਉਹਦੇ ਵਿੱਚੋਂ ਅੱਜ ਮੈਂ ਗੱਲਬਾਤ ਕਰੂੰਗੀ ਸਮਾਲ ਬਿਜ਼ਨੈਸਸ, ਸੈਲਫ ਇੰਪਲੋਇਡ, ਉਹ ਲੋਕ ਜਿਨ੍ਹਾਂ ਨੇ ਬਿਜ਼ਨਸ ਤਾਂ ਖੋਲ ਲਿਆ ਪਰ ਉਹ ਕਹਿੰਦੇ ਕਿ ਪਹਿਲਾਂ ਬਿਜ਼ਨਸ ਹੋਣਾ ਚਾਹੀਦਾ ਫਿਰ ਅਸੀਂ ਘਰ ਬਣਾਵਾਂਗੇ। ਤੇ ਘਰ ਜਿਹੜਾ ਹਜੇ ਉਹਨਾਂ ਨੇ ਲੈਣਾ, ਉਹਨਾਂ ਦੀ ਮਾਰਗੇਜ ਕਿਸ ਤਰ੍ਹਾਂ ਹੋਗੀ, ਕਿਉਂਕਿ ਨਾ ਤਾਂ ਉਹਨਾਂ ਕੋਲ ਕੋਈ ਜੌਬ ਲੈਟਰ ਹੈ, ਨਾ ਹੀ ਉਹਨਾਂ ਦੇ ਕੋਲ ਕੋਈ ਪੇ ਸਟੱਬ ਹੁੰਦੀ ਹੈ, ਕਿਉਂਕਿ ਕਈ ਵਾਰ ਬਿਜ਼ਨਸ ਹੈ, ਤੁਸੀਂ ਬਿਜ਼ਨਸ ਦੇ ਵਿੱਚੋਂ ਪੈਸੇ ਜਿਹੜੇ ਕੱਢ ਕੇ ਉਹ ਵਰਤੀ ਜਾਂਦੇ ਆ ਆਪਦੇ ਯੂਜ਼ ਦੇ ਲਈ, ਉਹ ਕਿਸ ਤਰ੍ਹਾਂ ਮਾਰਗੇਜ ਲੈ ਸਕਦੇ ਆ? ਤੁਹਾਡਾ ਕੁਐਸਚਨ ਬਹੁਤ ਹੀ ਵਧੀਆ ਔਰ ਬਹੁਤ ਹੀ ਵੈਲਿਡ ਕੁਐਸਚਨ ਹੈ ਔਰ ਮੈਨੂੰ ਲੱਗਦਾ ਕਿ ਸਾਡੀ ਸਪੈਸ਼ਲੀ ਪੰਜਾਬੀ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਕੈਟਾਗਰੀ 'ਚ ਫਾਲ ਕਰਦੇ ਨੇ। ਬਹੁਤ ਸਾਰੇ ਲੋਕ ਨੇ ਜਿਹੜੇ ਕੰਸਟਰਕਸ਼ਨ ਦਾ ਕੰਮ ਕਰਦੇ ਨੇ, ਡਰਾਈਵਾਲ ਦਾ ਕੰਮ ਕਰਦੇ ਨੇ, ਫਰੇਮਿੰਗ ਦਾ ਕੰਮ ਕਰਦੇ ਨੇ, ਪੇਂਟ ਦਾ ਕੰਮ ਕਰਦੇ ਨੇ, ਫਾਊਂਡੇਸ਼ਨ ਦਾ ਕੰਮ ਕਰਦੇ ਨੇ, ਕੋਈ ਵੀ ਟ੍ਰੇਡ ਕਰਦੇ ਹੋ ਸਕਦੇ ਆ। ਉਹਨਾਂ ਦੀ ਆਪਣੀ ਹੀ ਕੰਪਨੀ ਹੁੰਦੀ ਆ ਤੇ ਮੈਜੋਰਟੀ ਆਫ ਦਾ ਟਾਈਮ ਆਪ ਹੀ ਕੰਮ ਕਰਦੇ ਨੇ, ਜਾਂ ਉਹਨਾਂ ਕੋਲ ਕਈ ਵਾਰ ਇੰਪਲਾਈ ਹੁੰਦਾ ਜਾਂ ਕਈ ਵਾਰ ਇੰਪਲਾਈ ਹੁੰਦਾ ਹੀ ਨਹੀਂ। ਇਸੇ ਤਰ੍ਹਾਂ ਜਿਹੜੀ ਸਾਡੀਆਂ ਲੇਡੀਜ਼ ਨੇ ਕਈ ਵਾਰ ਉਹ ਘਰੋਂ ਕੋਈ ਬਿਜ਼ਨਸ ਰਨ ਕਰ ਰਹੀਆਂ ਹੁੰਦੀਆਂ ਨੇ ਔਰ ਕਿਸੇ ਦੀ ਸ਼ਾਪ ਹੋ ਸਕਦੀ ਹੈ, ਗਰੋਸਰੀ ਦੀ ਸ਼ਾਪ ਹੈ, ਕਨਵੀਨੀਅੰਸ ਸਟੋਰ ਹੈ ਜਿਹਨੂੰ ਕਾਰਨਰ ਸਟੋਰ ਵੀ ਆਪਾਂ ਕਹਿੰਦੇ ਆ, ਟੈਕਸੀ ਡਰਾਈਵਰ ਹੋ ਸਕਦੇ ਨੇ, ਅੱਜ ਕੱਲ੍ਹ ਫੂਡ ਡਿਲੀਵਰੀ ਦੇ ਬਹੁਤ ਸਾਰੇ ਬੰਦੇ ਕੰਮ ਕਰਦੇ ਨੇ, ਪੀਜ਼ਾ ਸਟੋਰ ਹੋ ਸਕਦਾ। ਸੋ ਹੁੰਦਾ ਕੀ ਹੈ ਕਿ ਬਹੁਤ ਵਾਰੀ ਇਹ ਹੁੰਦਾ ਵੀ ਪੀਜ਼ਾ ਜਾਂ ਕਨਵੀਨੀਅੰਸ ਸਟੋਰ ਜਾਂ ਟੈਕਸੀ ਦੇ ਵਿੱਚ ਕੈਸ਼ ਦੀ ਕਮਾਈ ਬਹੁਤ ਹੁੰਦੀ ਆ। ਪੈਸੇ ਕੈਸ਼ ਮਿਲੇ, ਆਪਾਂ ਕੈਸ਼ ਘਰ ਲੈ ਆਂਦਾ, ਕੈਸ਼ ਨੂੰ ਖਰਚ ਲਿਆ, ਬਾਕੀ ਐਟ ਦੀ ਐਂਡ ਜੇ ਕੋਈ ਪੈਸੇ ਬਚੇ ਆਪਾਂ ਜਮ੍ਹਾਂ ਕਰਾ ਦਿੱਤੇ। ਪਰ ਉਹ ਮੰਥਲੀ ਇਨਕਮ ਤੁਹਾਡੀ ਜਿਹੜੀ ਹੈ ਉਹ ਐਂਡ ਦੇ ਵਿੱਚ ਬੰਦੇ ਪ੍ਰੋਪਰਲੀ ਡਿਕਲੇਅਰ ਵੀ ਨਹੀਂ ਕਰਦੇ। ਸੋ ਜਦੋਂ ਆਪਾਂ ਮੌਰਗੇਜ ਲੈਣੀ ਆ ਉਹਦਾ ਬੇਸ ਹੁੰਦਾ ਇਨਕਮ, ਔਰ ਜਿਹੜੇ ਬੰਦੇ ਸੈਲਫ ਇੰਪਲਾਇਡ ਨੇ ਉਹਨਾਂ ਦੀ ਇਨਕਮ ਨੂੰ ਆਪਾਂ ਆਇਡੈਂਟੀਫਾਈ ਕਿੱਦਾਂ ਕਰੀਏ, ਉਸ ਜਿਹੜੀ ਇਨਕਮ ਹੈ ਉਹਨੂੰ ਆਪਾਂ ਵੈਰੀਫਾਈ ਕਿਵੇਂ ਬੈਂਕ ਕਰੇ। ਜਿਹੜਾ ਬੰਦਾ ਜੌਬ ਕਰਦਾ ਉਹਦੀ ਇਨਕਮ ਵੈਰੀਫਾਈ ਕਰਨੀ ਬੈਂਕ ਲਈ ਬੜੀ ਆਸਾਨ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਜਦੋਂ ਕੋਈ ਜੌਬ ਕਰਦਾ, ਉਹ ਜਿੱਥੇ ਵੀ ਜੌਬ ਕਰਦਾ ਉਹਨੂੰ ਇੱਕ ਜੌਬ ਲੈਟਰ ਮਿਲਿਆ ਹੁੰਦਾ, ਜਦੋਂ ਉਹਨੂੰ ਅਪਾਇੰਟਮੈਂਟ ਲੈਟਰ ਵੀ ਆਪਾਂ ਕਹਿ ਦਿੰਦੇ ਆ, ਉਹ ਜੌਬ ਲੈਟਰ ਬੈਂਕ ਮੰਗ ਲੈਂਦਾ। ਦੂਜੀ ਚੀਜ਼ ਹੈ ਜਦੋਂ ਬੰਦਾ 40 ਘੰਟੇ ਇੱਕ ਹਫ਼ਤੇ 'ਚ ਕੰਮ ਕਰਦਾ, 2 ਵੀਕਾਂ ਬਾਅਦ ਉਹਨੂੰ ਚੈੱਕ ਮਿਲ ਜਾਂਦਾ, ਜਿਹਨੂੰ ਕਿ ਆਪਾਂ ਪੇ ਸਟੱਬ ਕਹਿੰਦੇ ਆ। ਚੈੱਕ ਉਹਨੇ ਜਮ੍ਹਾਂ ਕਰਾਇਆ, ਪੇ ਸਟੱਬ ਆਪਣੇ ਕੋਲ ਰੱਖ ਲੈਂਦਾ। ਉਹ ਜਿਹੜਾ ਪੇ ਸਟੱਬ ਹੈ ਉਹ ਬੈਂਕ ਮੰਗ ਲੈਂਦਾ ਵੈਰੀਫਾਈ ਕਰਨ ਵਾਸਤੇ ਕਿ ਹਾਂ ਇਹ ਜੌਬ ਇੱਥੇ ਕਰ ਰਿਹਾ, ਇੰਨੇ ਡਾਲਰ ਇਹਨੂੰ ਘੰਟੇ ਦੇ ਮਿਲ ਰਹੇ ਆ ਔਰ ਐਵਰੀ 2 ਵੀਕ ਇਹਨੂੰ ਚੈੱਕ ਮਿਲ ਰਹੀ ਆ। ਉਸ ਤੋਂ ਬਾਅਦ ਜਦੋਂ ਬੈਂਕ ਨੇ ਮੌਰਗੇਜ ਕਰਨੀ ਹੁੰਦੀ ਹੈ ਉਹ ਯੂਜ਼ਲੀ ਕਹਿੰਦੇ ਕਿ ਜੌਬ ਲੈਟਰ ਲੈ ਆਓ। ਹੁਣ ਤੁਸੀਂ ਆਪਣਾ ਜੌਬ ਲੈਟਰ ਦੇ ਵਿੱਚ ਲਿਖਿਆ ਹੁੰਦਾ ਵੀ ਇਹ ਬੰਦਾ ਇੰਨੀ ਦੇਰ ਦਾ ਕੰਮ ਕਰ ਰਿਹਾ, ਇੰਨੇ ਡਾਲਰ ਇਹਨੂੰ ਘੰਟੇ ਦੇ ਮਿਲ ਰਹੇ ਆ ਔਰ ਇਹਦੀ ਜੌਬ ਜਿਹੜੀ ਪਰਮਾਨੈਂਟ ਹੈ ਜਾਂ ਪਾਰਟ ਟਾਈਮ ਹੈ ਜਾਂ ਇੰਨੇ ਘੰਟਿਆਂ ਦੀ ਹੈ। ਉੱਥੋਂ ਬੈਂਕ ਵੈਰੀਫਾਈ ਕਰ ਲੈਂਦਾ ਔਰ ਉਹਦੇ ਬੇਸ ਦੇ ਉੱਤੇ ਮੌਰਗੇਜ ਦਿੰਦਾ। ਪਰ ਹੁਣ ਅਜੇ ਸੈਲਫ ਇੰਪਲਾਇਡ ਦੀ ਗੱਲ, ਨਾ ਤਾਂ ਉਹਦੇ ਕੋਲ ਪੱਕੇ ਘੰਟੇ ਨੇ, ਨਾ ਉਹਦੇ ਕੋਲ ਕੋਈ ਪੇ ਸਟੱਬ ਹੈ, ਕਿਉਂਕਿ ਯੂਜ਼ਲੀ ਬਹੁਤ ਸਾਰੇ ਲੋਕ ਕੈਸ਼ ਹੀ ਕੱਢ ਲੈਂਦੇ ਨੇ ਤੇ ਜੇ ਚੈੱਕ ਲੈਂਦੇ ਵੀ ਨੇ ਉਹ ਲੰਮਸਮ ਚੈੱਕ ਮਹੀਨੇ ਦੇ ਐਂਡ ਤੇ ਕੱਢਦੇ ਨੇ, ਕੋਈ 1000, ਕੋਈ 2000, ਕੋਈ 4000, ਕੋਈ 10000, ਆਪਣੇ ਆਪਣੇ ਬਿਜ਼ਨਸ ਦੇ ਹਿਸਾਬ ਦੇ ਨਾਲ। ਤੇ ਦੇਖੋ ਹੁਣ ਉਸ ਬੰਦੇ ਨੂੰ ਨਾ ਤਾਂ ਕੋਈ ਅਪਾਇੰਟਮੈਂਟ ਲੈਟਰ ਮਿਲਿਆ ਕਿਉਂਕਿ ਬਿਜ਼ਨਸ ਆਪਣਾ ਕਿਸੇ ਨੇ ਤਾਂ ਹਾਇਰ ਕੀਤਾ ਹੀ ਨਹੀਂ। ਉਸ ਤੋਂ ਬਾਅਦ ਕੋਈ ਪੇ ਸਟੱਬ ਵੀ ਬਣੀ ਨਹੀਂ, 20 ਘੰਟੇ, 40 ਘੰਟੇ, 30 ਘੰਟੇ, 10 ਘੰਟੇ, ਘੰਟੇ ਦੇ ਕਿੰਨੇ ਡਾਲਰ ਉਹ ਵੀ ਹੈ ਨਹੀਂ। ਉਸ ਤੋਂ ਬਾਅਦ ਜੇ ਆਪਾਂ ਜੌਬ ਲੈਟਰ ਬੈਂਕ ਮੰਗਦਾ, ਉਹ ਜੌਬ ਲੈਟਰ ਕਿੱਥੋਂ ਲਿਆ ਕੇ ਦੇਣੀ, ਆਪ ਹੀ ਤਾਂ ਓਨਰ ਨੇ। ਸੋ ਇਹ ਜਿਹੜਾ ਹੈ ਨਾ ਜੀ ਮੌਰਗੇਜ, ਇਹ ਥੋੜੀ ਜਿਹੀ ਡਿਫਿਕਲਟ ਹੋ ਜਾਂਦੀ ਆ
ਇੱਕ EMPLOYEE ਦੇ ਨਾਲੋਂ। ਇਹਦੇ ਫਾਇਦੇ ਵੀ ਨੇ, ਇਹਦੇ ਨੁਕਸਾਨ ਵੀ ਨੇ। ਅੱਛਾ ਜੀ। ਹਾਂਜੀ, ਫਾਇਦਾ ਵੀ ਹੈ ਇਹਦਾ। ਜੀ। ਫਾਇਦਾ ਇਹ ਹੈ ਕਿ ਜੇ ਤੁਸੀਂ ਕੋਈ ਬਿਜ਼ਨਸ ਰਨ ਕਰ ਰਹੇ ਹੋ, ਜਿੰਨੀ ਵੀ ਬਿਜ਼ਨਸ ਦੀ ਇਨਕਮ ਹੈ ਤੁਹਾਡੀ, ਉਹਦੇ ਬੇਸ ਤੇ ਮਾਰਗੇਜ ਹੋ ਸਕਦੀ ਹੈ। ਬਿਜ਼ਨਸ ਇਨਕਮ ਮੀਨਸ ਵੀ ਤੁਹਾਡੇ ਲੈਟਸ ਸੇ ਵੀ ਤੁਸੀਂ 200 ਪੀਜ਼ਾ ਵੇਚਦੇ ਹੋ ਦਿਹਾੜੀ ਦਾ, ਤੁਹਾਡੀ ਤੇ ਇਨਕਮ $2000 ਦੀ ਹੋ ਗਈ। ਜੀ ਆਪਾਂ $10 ਦਾ ਪੀਜ਼ਾ ਵੀ ਕੰਸੀਡਰ ਕਰੀਏ, ਤੁਹਾਡੇ ਕੋਲ 2000 ਦੇ ਡਿਪੋਜ਼ਿਟ ਰੋਜ਼ ਆ ਰਹੇ ਆ, ਸਾਲ ਦੀ ਮਹੀਨੇ ਦੀ 60000 ਦੀ ਤੁਹਾਡੀ ਇਨਕਮ ਬਣ ਗਈ। ਉਹਦੇ ਵਿੱਚੋਂ ਅਸੀਂ ਖਰਚੇ ਕੱਢੇ ਨੇ, ਖਰਚੇ ਕੱਢ ਕੇ ਐਟ ਦੀ ਐਂਡ ਤੁਸੀਂ ਆਪਣੇ ਆਪ ਨੂੰ ਕੋਈ ਚੈੱਕ ਦੇ ਲਿਆ। ਸੋ ਉਸ ਬਿਜ਼ਨਸ ਇਨਕਮ ਨੂੰ ਅਸੀਂ ਲੈ ਕੇ, ਜਿਹੜੀ ਕਿ ਤੁਹਾਡੀ ਕਾਫੀ ਜ਼ਿਆਦਾ ਹੋ ਸਕਦੀ ਹੈ, ਉਹਦੇ ਬੇਸ ਤੇ ਅਸੀਂ ਤੁਹਾਨੂੰ ਕੁਆਲੀਫਾਈ ਕਰ ਸਕਦੇ ਹਾਂ ਕਿ ਤੁਹਾਡੀ ਬਿਜ਼ਨਸ ਇਨਕਮ ਇੰਨੀ ਹੈ, ਉਹਦੀ ਪ੍ਰੋਫਿਟੇਬਿਲਿਟੀ ਇੰਨੀ ਹੈ ਤੇ ਇੰਨਾ ਪੋਟੈਂਸ਼ੀਅਲ ਹੈ ਤੁਹਾਡੇ ਬਿਜ਼ਨਸ ਦਾ। ਜੀ। ਦੂਸਰੇ ਪਾਸੇ ਮੁਸ਼ਕਲ ਇਸ ਤਰ੍ਹਾਂ ਹੈ ਵੀ ਜੇ ਤੁਸੀਂ ਕੋਈ ਇਦਾਂ ਦਾ ਬਿਜ਼ਨਸ ਕਰਦੇ ਹੋ ਜਿੱਥੇ ਦਿਹਾੜੀ ਹੈ ਤੁਹਾਨੂੰ ਬੜੀ ਮੁਸ਼ਕਲ ਨਾਲ $100 ਆ ਰਹੇ ਨੇ, ਕੋਈ ਹੋ ਸਕਦਾ ਡਰਾਈ ਕਲੀਨਿੰਗ ਦਾ ਜਾਂ ਕੋਈ ਵੀ ਬਿਜ਼ਨਸ ਆਪਾਂ ਲੈ ਸਕਦੇ ਹਾਂ, ਔਰ ਮਹੀਨੇ ਦੇ ਤੁਹਾਨੂੰ ਸਿਰਫ $3000 ਬਣ ਰਹੇ ਨੇ, ਔਰ $3000 ਦੇ ਵਿੱਚੋਂ ਵੀ ਤੁਸੀਂ 1000 ਦਾ ਚੈੱਕ ਕੱਢ ਦਿਓ ਤੇ ਤੁਹਾਡੀ ਇਨਕਮ 1000 ਵੀ ਰਹਿ ਗਈ। ਜੇ ਬਿਜ਼ਨਸ ਦੀ ਇਨਕਮ 3000 ਵੀ ਲੈਣੇ, ਉਹ ਚੋਂ ਖਰਚੇ ਕੱਟ ਕੇ ਘੱਟ ਰਹਿ ਜਾਂਦੀ ਹੈ। ਸੋ ਜਿਨ੍ਹਾਂ ਦੇ ਬਿਜ਼ਨਸ ਹਾਈ ਇਨਕਮ ਵਾਲੇ ਨੇ ਜਾਂ ਹਾਈ ਡਿਪੋਜ਼ਿਟਸ ਵਾਲੇ ਨੇ, ਜਿਵੇਂ ਰੈਸਟੋਰੈਂਟ ਹੈ, ਰੈਸਟੋਰੈਂਟ ਦੇ ਵਿੱਚ ਦਿਹਾੜੀ ਦੇ 200 ਬੰਦੇ ਰੋਟੀ ਖਾਣ ਚਲੇ ਗਏ ਜਾਂ ਟੇਕ ਆਊਟ ਕਰਨ ਚਲੇ ਗਏ, ਹਰੇਕ ਬੰਦੇ ਨੇ ਰਫਲੀ 20 ਤੋਂ $50 ਦਾ ਫੂਡ ਲਿਆ, ਸੋ ਕਾਫੀ ਐਂਟਰੀਜ਼ ਆ ਜਾਂਦੀਆਂ, ਖਰਚੇ ਵੀ ਨੇ। ਪਰ ਸੈਲਫ ਇੰਪਲਾਈਡ ਦੀ ਬੈਂਕ ਸਟੇਟਮੈਂਟ ਜਾਂ ਬੈਂਕ ਡਿਪੋਜ਼ਿਟ ਦੇ ਬੇਸ ਤੇ ਅਸੀਂ ਉਹਨਾਂ ਦੀ ਮਾਰਗੇਜ ਕੁਆਲੀਫਿਕੇਸ਼ਨ ਦੇ ਸਕਦੇ ਹਾਂ। ਪਰ ਇਹਦੇ ਚ ਇੱਕ ਕੈਚ ਇਹ ਵੀ ਹੈ ਕਿ ਬੈਂਕ ਯੂਜ਼ਲੀ 2 ਸਾਲ ਦੇ ਫਾਈਨੈਂਸ਼ੀਅਲ ਮੰਗ ਲੈਂਦੀ ਹੈ, ਕਿਉਂਕਿ ਉਹ ਐਵਰੇਜ ਕਰਨਾ ਚਾਹੁੰਦੇ, ਉਹ ਦੇਖਣਾ ਚਾਹੁੰਦੇ ਆ ਕਿ ਤੁਹਾਡਾ ਜਿਹੜਾ ਬਿਜ਼ਨਸ ਤੁਸੀਂ ਚਲਾ ਰਹੇ ਹੋ ਉਹ ਲਗਾਤਾਰ 2 ਸਾਲਾਂ ਦੇ ਵਿੱਚ ਕਿੰਨਾ ਉਹਨੇ ਤਰੱਕੀ ਕੀਤੀ ਹੈ, 2 ਸਾਲਾਂ ਦੇ ਵਿੱਚ ਕਿੰਨੀ ਉਹਦੀ ਇਨਕਮ ਹੈਗੀ ਆ, ਉਹਦੇ ਬੇਸ ਤੇ ਫਿਰ ਤੁਹਾਡੀ ਮਾਰਗੇਜ ਹੁੰਦੀ ਹੈ। ਪਰ ਉਸ ਤੋਂ ਅੱਗੇ ਹੋਰ ਬਹੁਤ ਨਿੱਕੀਆਂ ਨਿੱਕੀਆਂ ਡਿਟੇਲਸ ਨੇ, ਹਰ ਇੱਕ ਬੰਦੇ ਦਾ ਦੂਜੇ ਨਾਲੋਂ ਫਰਕ ਹੋ ਸਕਦਾ। ਉਹ ਜਦੋਂ ਮੈਂ ਨਾਲ ਬੈਠ ਕੇ ਤੁਹਾਡੀਆਂ ਬੈਂਕ ਸਟੇਟਮੈਂਟਸ ਦੇਖੂੰਗਾ, ਸੈਲਫ ਇੰਪਲਾਈਡ ਬੰਦੇ ਦੀਆਂ, ਤੁਹਾਡੀਆਂ ਨਹੀਂ, ਤੇ ਉਦੋਂ ਮੈਂ ਦੱਸ ਸਕਦਾ ਕਿ ਤੁਹਾਨੂੰ ਕਿਵੇਂ ਕੁਆਲੀਫਾਈ ਤੁਸੀਂ ਕਰਦੇ ਹੋ। ਪਰ ਬਹੁਤ ਸਾਰੇ ਸਾਡੇ ਕੋਲ ਪ੍ਰੋਗਰਾਮਸ ਨੇ ਜਿਹੜੇ ਕਿ ਸੈਲਫ ਇੰਪਲਾਈਡ ਵਾਸਤੇ ਨੇ, ਬਹੁਤ ਸਾਰੇ ਬੈਂਕ ਨੇ, ਇੰਸਟੀਟਿਊਸ਼ਨਸ ਨੇ, ਅਲੱਗ-ਅਲੱਗ ਪ੍ਰੋਗਰਾਮ ਹੋ ਸਕਦੇ ਜਿਹੜੇ ਕਿ ਸੈਲਫ ਇੰਪਲਾਈਡਸ ਨੂੰ ਸਪੋਰਟ ਕਰਦੇ ਨੇ। ਸੋ ਜੇ ਤੁਹਾਨੂੰ ਕੋਈ ਬੰਦਾ ਇਹ ਕਹਿ ਰਿਹਾ ਕਿ ਸੈਲਫ ਇੰਪਲਾਈਡ ਤੁਹਾਡੀ ਮਾਰਗੇਜ ਨਹੀਂ ਹੋਣੀ, ਜਾਂ ਤੁਸੀਂ ਟੈਕਸੀ ਚਲਾਉਂਦੇ ਤੁਹਾਡੀ ਮਾਰਗੇਜ ਨਹੀਂ ਹੋਣੀ, ਤਾਂ ਦਿਲ ਤੇ ਦਿਮਾਗ ਤੇ ਬਿਲਕੁਲ ਜ਼ੋਰ ਨਹੀਂ ਪਾਉਣਾ, ਇੱਕੋ ਹੀ ਨੰਬਰ ਘੁਮਾਉਣਾ ਤੇ ਮੇਰੇ ਕੋਲੇ ਆਉਣਾ। ਬਿਲਕੁਲ, ਤੁਹਾਡੇ ਕੋਲ ਤਾਂ ਆਉਣਾ ਹੀ ਪੈਣਾ। ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਸਾਨੂੰ ਜਿਹੜਾ ਹੈ ਇਨਫੋਰਮੇਸ਼ਨ ਜਿਹੜੀ ਹੈ, ਪਰ ਉਹਦੇ ਨਾਲ ਸਾਨੂੰ ਪਤਾ ਲੱਗਦਾ ਕਿ ਅਸੀਂ ਕਿੱਥੇ, ਕਿਹੜੇ ਸਟੈਂਡ ਦੇ ਉੱਤੇ ਖੜੇ ਆ, ਕਿਹੜੇ ਸਕੇਲ ਦੇ ਉੱਤੇ ਖੜੇ ਆ, ਤੇ ਸਾਨੂੰ ਹੋਰ ਕੀ ਕੁਝ ਕਰਨਾ ਚਾਹੀਦਾ। ਇਹਦੇ ਵਿਚਕਾਰ ਹੁਣ ਤੁਸੀਂ ਟੈਕਸੀ ਡਰਾਈਵਰਸ ਦੀ ਗੱਲ ਕੀਤੀ ਹੈ, ਹੁਣ ਕਈ ਉਬਰ ਚਲਾ ਰਹੇ ਨੇ, ਹੁਣ ਉਹਨਾਂ ਦੀ ਇਨਕਮ ਵੀ ਕੰਸੀਡਰ ਹੋ ਜਾਂਦੀ ਹੈ ਜੇ ਮਾਰਗੇਜ ਲੈਣੀ ਹੈ। ਤੇ ਨਾਲ ਜੇ ਮੰਨ ਲਓ ਉਹਨਾਂ ਨੇ ਪਹਿਲਾਂ ਟੈਕਸੀ ਚਲਾ ਰਹੇ ਸੀਗੇ, ਫਿਰ ਹੁਣ ਜਦੋਂ ਨਵੀਂ ਉਬਰ ਆਈ ਹੈ, ਉਹ ਕਹਿੰਦੇ ਜੀ ਟੈਕਸੀ 'ਚ ਕੁਝ ਨਹੀਂ ਬਣਦਾ ਜੀ, ਹੁਣ ਅਸੀਂ ਉਬਰ ਚਲਾ ਲੈਂਦੇ ਹਾਂ। ਹੁਣ ਉਹਨਾਂ ਨੇ ਲਗਾਤਾਰ 2 ਸਾਲ ਤੋਂ ਕੰਮ ਨਹੀਂ ਕੀਤਾ, ਉਹਨਾਂ ਦੀ ਮਾਰਗੇਜ ਹੋ ਸਕਦੀ? ਹਾਂਜੀ, ਇਹਦੇ ਬਾਰੇ ਮੈਂ ਦੱਸ, ਜੇ ਟੈਕਸੀ ਚਲਾਉਂਦੇ ਹੋ ਤੁਸੀਂ, ਇੱਕੋ ਚੀਜ਼ ਜੇ ਇੰਪੋਰਟੈਂਟ ਹੈ ਕਿ ਤੁਹਾਡੇ ਡਿਪੋਜ਼ਿਟ ਜ਼ਰੂਰ ਹੋਣੇ ਚਾਹੀਦੇ ਆ। ਜੇ ਤੁਸੀਂ ਟੈਕਸੀ ਚਲਾ ਰਹੇ ਹੋ, ਹਰ ਰੋਜ਼ ਕੁਝ ਪੈਸੇ ਤੁਸੀਂ ਕਮਾਉਂਦੇ ਹੋ, ਤੁਹਾਡੇ ਬੈਂਕ 'ਚ ਜਮ੍ਹਾਂ ਹੋਣੇ ਚਾਹੀਦੇ ਆ। ਜੇ ਤੁਸੀਂ ਸਾਰੇ ਦੇ ਸਾਰੇ ਪੈਸੇ ਕੈਸ਼ ਹੀ ਲੈਂਦੇ ਹੋ ਔਰ ਸਾਲ ਤੋਂ ਬਾਅਦ ਟੈਕਸ ਬਿਲਕੁਲ ਨਹੀਂ ਦੇ ਰਹੇ, ਮੁਸ਼ਕਿਲ ਹੋ ਸਕਦੀ ਹੈ। ਊਬਰ ਅਜੇ ਫੇ ਬੈਨੀਫੀਸ਼ੀਅਲ ਹੈ ਕਿਉਂਕਿ ਊਬਰ ਦੇ ਡਾਇਰੈਕਟ ਡਿਪੋਜ਼ਿਟ ਹੈ, ਜਿੰਨੇ ਵੀ ਗੇੜੇ ਲਾਉਣੇ ਤੁਹਾਨੂੰ ਕੈਸ਼ ਮਿਲਣਾ ਹੀ ਨਹੀਂ, ਤੁਹਾਡੇ ਅਕਾਊਂਟ ਦੇ ਵਿੱਚ ਸਿੱਧੀ ਐਂਟਰੀ ਜਾਣੀ ਆ। ਅਸੀਂ ਊਬਰ ਵਾਲਿਆਂ ਦੀਆਂ ਬੈਂਕ ਸਟੇਟਮੈਂਟਾਂ ਪਿਛਲੀਆਂ ਸਾਰੀਆਂ ਦੇਖ ਕੇ ਕੱਢ ਕੇ ਐਵਰੇਜ ਲੈ ਕੇ ਕਿ ਤੁਹਾਨੂੰ ਹਰ ਰੋਜ਼ ਦੇ ਜਿਹੜੇ ਤੁਸੀਂ 8 ਘੰਟੇ ਜਾਂ 10 ਘੰਟੇ ਜਾਂ ਜਿੰਨੇ ਵੀ ਘੰਟੇ ਲਾਉਂਦੇ ਹੋ, ਜਿੰਨੇ ਡਿਪੋਜ਼ਿਟ ਤੁਹਾਡੇ ਆ ਰਹੇ ਨੇ ਸੈਲਫ ਇੰਪਲਾਈਡ ਬਿਜ਼ਨਸ ਨੂੰ ਕੰਸੀਡਰ ਕਰਕੇ, ਉਹਦੇ ਬੇਸ ਦੇ ਉੱਤੇ ਤੁਹਾਡੀ ਮਾਰਗੇਜ ਕਰਵਾ ਸਕਦੇ ਹਾਂ। ਸੋ ਮੈਂ ਟਿਪ ਇਹ ਦੇਣੀ ਚਾਹੁੰਦਾ ਜਿਹੜੇ ਲੋਕ ਸੈਲਫ ਇੰਪਲਾਈਡ ਨੇ ਕਿ ਤੁਸੀਂ ਨੰਬਰ 1 ਤਾਂ ਆਪਣੇ ਡਿਪੋਜ਼ਿਟ ਜ਼ਰੂਰ ਕਰਾਓ। ਜਿੰਨੀ ਵੀ ਤੁਹਾਡੀ ਕੈਸ਼ ਇਨਕਮ ਹੈ, ਡੈਬਿਟ ਕਾਰਡ ਨਾਲ ਇਨਕਮ ਹੈ, ਕ੍ਰੈਡਿਟ ਕਾਰਡਸ ਨਾਲ ਇਨਕਮ ਹੈ, ਚੈਕਸ ਦੇ ਨਾਲ ਇਨਕਮ ਹੈ, ਜੇ ਕਿਸੇ ਵੀ ਤਰ੍ਹਾਂ ਤੁਹਾਨੂੰ ਪੈਸੇ ਆ ਰਹੇ ਨੇ, ਉਹਨੂੰ ਬੈਂਕ 'ਚ ਜਮ੍ਹਾਂ ਕਰਵਾਓ ਔਰ ਉਸ ਤੋਂ ਬਾਅਦ ਉਸ ਪੈਸਿਆਂ ਨੂੰ ਜਿੱਥੇ ਮਰਜ਼ੀ ਖਰਚੋ ਕੱਢੋ, ਬਿੱਲ ਪੇ ਕਰੋ, ਜੋ ਮਰਜ਼ੀ ਕਰੋ। ਕੈਸ਼ ਟ੍ਰਾਂਜੈਕਸ਼ਨਸ ਨਾ ਕਰੋ। ਕੈਨੇਡਾ ਵਰਗੇ ਦੇਸ਼ ਦੇ ਵਿੱਚ ਕੈਸ਼ ਟ੍ਰਾਂਜੈਕਸ਼ਨ ਜਿਹੜੀਆਂ ਤੁਹਾਨੂੰ ਕਿਤੇ ਵੀ ਹੈਲਪ ਨਹੀਂ ਕਰਦੀਆਂ। ਹਾਂ, ਛੋਟਾ ਮੋਟਾ ਟੈਕਸ ਤੁਸੀਂ ਬਚਾ ਸਕਦੇ ਹੋ, ਚੋਰੀ ਕਰ ਸਕਦੇ ਜਿਹਨੂੰ ਮੈਂ ਕਹਿ ਸਕਦਾ, ਪਰ ਲੌਂਗ ਟਰਮ ਤੁਹਾਨੂੰ ਕੋਈ ਫਾਇਦਾ ਨਹੀਂ ਹੋਏਗਾ। ਕਿਉਂਕਿ ਕੈਨੇਡਾ ਦੇ ਵਿੱਚ ਆਪਾਂ ਇੱਕ ਪ੍ਰਾਪਰਟੀ ਲੈਣੀ ਰਹਿਣ ਵਾਸਤੇ, ਫਿਰ ਦੂਜੀ ਲੈਣੀ ਇਨਵੈਸਟਮੈਂਟ ਕਰਨ ਵਾਸਤੇ, ਫਿਰ ਤੀਜਾ ਹੋ ਸਕਦਾ ਬਿਜ਼ਨਸ ਵਾਸਤੇ ਕਮਰਸ਼ੀਅਲ ਪ੍ਰਾਪਰਟੀ ਲੈਣੀ ਆ, ਫਿਰ ਪਹਿਲੀਆਂ ਦੂਜੀਆਂ ਪ੍ਰਾਪਰਟੀਆਂ ਤੋਂ ਪੈਸੇ ਕੱਢ ਕੇ ਆਪਾਂ ਹੋ ਸਕਦਾ ਹੋਰ ਬਿਜ਼ਨਸਿਸ ਕਰਨੇ ਨੇ, ਔਰ ਉਹ ਸਾਰੇ ਬਿਜ਼ਨਸ ਜਿਹੜੇ ਆ ਤੁਹਾਡੇ ਇਨਕਮ ਬੇਸ ਹੀ ਹੋਣੇ ਨੇ। ਇਸ ਕਰਕੇ ਅੱਜ ਦਾ ਮੇਰਾ ਸੁਝਾਅ ਇਹ ਹੈ, ਮੇਰੀ ਟਿਪ ਇਹ ਹੈ, ਜਿਹੜਾ ਮਰਜ਼ੀ ਤੁਸੀਂ ਬਿਜ਼ਨਸ ਕਰਦੇ ਹੋ, ਸੈਲਫ ਇੰਪਲਾਈਡ ਹੋ, ਟੈਕਸੀ ਡਰਾਈਵਰ ਹੋ, ਊਬਰ ਡਰਾਈਵਰ ਹੋ, ਡਿਲੀਵਰੀਜ਼ ਕਰਦੇ ਹੋ, ਆਪਣੀ ਇਨਕਮ ਨੂੰ ਬੈਂਕ ਵਿੱਚ ਘੱਟ ਤੋਂ ਘੱਟ ਜ਼ਰੂਰ ਜਮ੍ਹਾਂ ਕਰਾਓ। ਜ਼ਰੂਰੀ ਨਹੀਂ ਕਿ ਜਿੰਨੀ ਇਨਕਮ ਤੁਸੀਂ ਬੈਂਕ 'ਚ ਜਮ੍ਹਾਂ ਕਰਾ ਰਹੇ ਹੋ ਤੁਹਾਨੂੰ ਸਾਰਿਆਂ 'ਤੇ ਟੈਕਸ ਦੇਣਾ ਪਵੇ, ਕਿਉਂਕਿ ਜੇ ਤੁਹਾਡੀ ਇਨਕਮ ਤੁਸੀਂ ਜਮ੍ਹਾਂ ਕਰਾ ਰਹੇ ਹੋ ਤੇ ਖਰਚੇ ਵੀ ਫਿਰ ਉੱਥੋਂ ਕੱਢੋਗੇ।
ਸੋ ਆਪਣੀ ਇਨਕਮ ਚੋਂ ਖਰਚੇ ਕੱਢ ਕੇ ਜੋ ਤੁਹਾਨੂੰ ਬਚੇਗਾ ਉਹੀ ਤੁਹਾਡੀ ਇਨਕਮ ਬਣਨੀ ਹੈ, ਉੱਤੇ ਟੈਕਸ ਦੇਣਾ ਤੁਸੀਂ, ਜ਼ਿਆਦਾ ਨਹੀਂ। ਔਰ ਸੈਲਫ ਇੰਪਲਾਈਡ ਤੇ ਆਪਣੇ ਅਕਾਊਂਟੈਂਟ ਨਾਲ ਜੇ ਸਲਾਹ ਕਰੋਗੇ ਬਹੁਤ ਸਾਰੇ ਖਰਚੇ ਪਾ ਸਕਦੇ ਹੋ। ਤੁਹਾਡੇ ਲੈਪਟਾਪਸ ਤੁਸੀਂ ਯੂਜ਼ ਕਰਦੇ ਹੋ ਕੰਮ ਵਾਸਤੇ, ਉਹਦੇ ਖਰਚੇ ਪੈਣਗੇ ਜਿੰਨੇ ਦਾ ਖਰੀਦਦੇ ਹੋ। ਗੱਡੀਆਂ ਚਲਾਉਂਦੇ ਹੋ, ਗੱਡੀਆਂ ਦੀਆਂ ਲੀਜ਼ ਜਾਂ ਉਹਦੀਆਂ ਪੇਮੈਂਟਸ ਜਿਹੜੀਆਂ ਵੀ ਤੁਸੀਂ ਕਰ ਰਹੇ ਹੋ ਉਹ ਤੁਸੀਂ ਉੱਥੇ ਪਾ ਸਕਦੇ ਹੋ। ਜੇ ਕੈਸ਼ ਗੱਡੀ ਲਈ ਆ ਉਹਦਾ ਡੈਪਰੀਸੀਏਸ਼ਨ ਪਾ ਸਕਦੇ ਹੋ, ਆਫਿਸ ਐਕਸਪੈਂਸ ਪਾ ਸਕਦੇ ਹੋ, ਮੀਲਸ ਦੇ ਪਾ ਸਕਦੇ ਹੋ, ਆਪਣੇ ਯੂਨੀਫਾਰਮ ਕੱਪੜਿਆਂ ਦੇ ਖਰਚੇ ਪਾ ਸਕਦੇ ਹੋ, ਸ਼ੂਜ਼ ਦੇ ਖਰਚੇ ਪਾ ਸਕਦੇ ਹੋ। ਬਹੁਤ ਜ਼ਿਆਦਾ ਐਕਸਪੈਂਸਿਸ ਕਲੇਮ ਤੁਸੀਂ ਕਰ ਸਕਦੇ ਹੋ ਆਪਣੀ ਇਨਕਮ ਤੇ ਐਜ਼ ਅ ਸੈਲਫ ਇੰਪਲਾਈਡ, ਜਿਹੜੇ ਕਿ ਇੱਕ ਜੌਬ ਵਾਲਾ ਬੰਦਾ ਨਹੀਂ ਕਰ ਸਕਦਾ। ਸੋ ਸੈਲਫ ਇੰਪਲਾਈਡ ਲੋਕਾਂ ਨੂੰ ਬਿਲਕੁਲ ਡਰਨ ਦੀ ਲੋੜ ਨਹੀਂ, ਅਵੇਅਰ ਹੋਣ ਦੀ ਲੋੜ ਹੈ, ਐਜੂਕੇਟ ਹੋਣ ਦੀ ਲੋੜ ਹੈ। ਸੈਲਫ ਇੰਪਲਾਈਡ ਲੋਕਾਂ ਲਈ ਮੈਂ ਤਾਂ ਇਹ ਕਹਿਣਾ ਹੁੰਦਾ ਕਿ ਤੁਸੀਂ ਸਮਾਂ ਬਿਹਤਰ ਮੌਰਗੇਜ ਲੈ ਸਕਦੇ ਹੋ, ਵੱਡੀਆਂ ਮੌਰਗੇਜ ਲੈ ਸਕਦੇ ਹੋ, ਪਰ ਪਲੈਨਿੰਗ ਦੇ ਨਾਲ। ਬਿਲਕੁਲ, ਪਹਿਲਾਂ ਪ੍ਰੀ ਪਲਾਨ ਜਿਹੜਾ ਪਲੈਨਿੰਗ ਕਰ ਲਓ ਵਧੀਆ। ਜੀ ਬਿਲਕੁਲ, ਉਹਦੇ ਲਈ ਤੁਹਾਡੇ ਕੋਲ ਬੈਠਣਾ ਪੈਣਾ ਆ, ਕਿਉਂਕਿ ਉਦੋਂ ਬਿਨਾ ਸਾਡੀ ਜਿਹੜੀ ਪਲਾਨਿੰਗ ਆ ਨਹੀਂ ਹੋਣੀ। ਪਰ ਨਾਲ ਨਾਲ ਹੁਣ ਤੁਸੀਂ ਕਿਹਾ ਕਿ ਟੈਕਸ ਰਾਈਟ ਆਫ ਹੋ ਜਾਂਦੇ ਆ, ਹੁਣ ਟੈਕਸ ਡਿਡਕਟ ਕਰ ਲਏ ਆ ਅਸੀਂ, ਰਾਈਟ ਆਫ ਹੋ ਗਿਆ, ਉਹਨਾਂ ਦਾ ਕੋਈ ਨੁਕਸਾਨ ਹੋ ਸਕਦਾ? ਜ਼ਰੂਰੀ ਨਹੀਂ ਨੁਕਸਾਨ ਹੁੰਦਾ, ਕਿਉਂਕਿ ਆਪਾਂ ਬਿਜ਼ਨਸ ਇਨਕਮ ਨੂੰ ਵੀ ਕੰਸੀਡਰ ਕਰ ਸਕਦੇ ਹਾਂ। ਜੇ ਬਿਜ਼ਨਸ ਇਨਕਮ ਜਿਵੇਂ ਆਪਾਂ ਗੱਲ ਕਰੀ ਵੀ ਕਿਸੇ ਰੈਸਟੋਰੈਂਟ ਦੀ ਸੇਲ ਦਿਹਾੜੀ $2000 ਆ, ਬਹੁਤ ਵੱਡੀ ਬਿਜ਼ਨਸ ਇਨਕਮ ਬਣ ਗਈ ਨਾ ਜੀ। 60000 ਜੇ ਇੱਕ ਮਹੀਨੇ ਦੀ ਬਣ ਗਈ ਤੇ 7 ਲੱਖ 7.5 ਲੱਖ ਦੀ ਸਾਲ ਦੀ ਬਣ ਗਈ, ਉਹਦੇ ਵਿੱਚੋਂ ਖਰਚੇ ਕੱਢ ਦਿੱਤੇ, ਕੋਈ ਐਡੀ ਗੱਲ ਨਹੀਂ। ਐਟ ਦੀ ਐਂਡ ਕੁਝ ਤਾਂ ਪ੍ਰੋਫਿਟ ਹੋਣਾ ਚਾਹੀਦਾ। ਤੁਹਾਡੀਆਂ ਫਾਈਨੈਂਸ਼ੀਅਲ ਸਟੇਟਮੈਂਟ ਲਾਸ 'ਚ ਨਹੀਂ ਹੋਣੀਆਂ ਚਾਹੀਦੀਆਂ। ਥੋੜੇ ਬਹੁਤੇ ਪ੍ਰੋਫਿਟ ਤੇ ਵੀ ਜਾਣਗੀਆਂ, ਕੋਈ ਗੱਲ ਨਹੀਂ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਵੈਸੇ ਖਰੀਦਣੀਆਂ ਸੀ ਉਹ ਤਾਂ ਬਿਜ਼ਨਸ 'ਚੋਂ ਕਰਕੇ, ਜਿਵੇਂ ਗੱਡੀ ਆਪਾਂ ਵੈਸੇ ਲੈਣੀ ਸੀ ਉਹ ਤੁਸੀਂ ਬਿਜ਼ਨਸ 'ਚੋਂ ਲੈ ਲਈ। ਬਹੁਤ ਸਾਰੇ ਕੱਪੜੇ ਤੁਸੀਂ ਆਪ ਖਰੀਦਣੇ ਸੀ, ਜਾ ਕੇ ਲੋੜ ਨਹੀਂ, ਹੁਣ ਉੱਥੋਂ ਹੀ ਹੋ ਗਏ। ਜਦੋਂ ਰੈਸਟੋਰੈਂਟ ਤੁਸੀਂ ਖਾਣਾ ਖਾਣ ਵੀ ਬਾਹਰ ਨਹੀਂ ਜਾਣਾ, ਖਾਣਾ ਵੀ ਉੱਥੋਂ ਖਾ ਲਿਆ। ਸੋ ਤੁਹਾਡੇ ਪਰਸਨਲ ਬਹੁਤ ਸਾਰੇ ਜਿਹੜੇ ਖਰਚੇ ਆ ਤੁਹਾਡੇ ਬਿਜ਼ਨਸ ਤੋਂ ਨਿਕਲ ਰਹੇ ਨੇ। ਘਰ ਦੇ ਵਿੱਚ ਇੱਕ ਰੂਮ ਤੁਸੀਂ ਹੋ ਸਕਦਾ ਆਫਿਸ ਨੂੰ ਡੈਡੀਕੇਟ ਕੀਤਾ ਹੋਇਆ, ਸੋ ਇੱਕ ਰੂਮ ਦਾ ਰੈਂਟ ਜਦੋਂ ਪਾ ਰਹੇ ਹੋ, ਅਲਟੀਮੇਟਲੀ ਤੁਹਾਡੀ ਜਿਹੜਾ ਘਰ ਸੀਗਾ ਉਹਦੀ ਜਿਹੜੀ ਮੌਰਗੇਜ ਦੇਣੀ ਸੀ ਉਹਦੇ ਪੈਸੇ ਉਸ ਰੂਮ 'ਚੋਂ ਨਿਕਲ ਰਹੇ ਨੇ। ਸੋ ਬਿਜ਼ਨਸ ਜੇ ਤੁਸੀਂ ਕਰਦੇ ਹੋ, ਤੁਹਾਡੇ ਕੋਲ ਬਹੁਤ ਇੱਕ ਵੱਡਾ ਰਸਤਾ ਹੈ ਮੌਰਗੇਜ ਕਰਾਉਣ ਦਾ, ਔਰ ਆਪਣੇ ਬਿਜ਼ਨਸ ਦੇ ਐਕਸਪੈਂਸਿਸ ਨੂੰ ਕਲੇਮ ਕਰਨ ਦਾ। ਟੈਕਸ ਘੱਟ ਵੀ ਲੱਗਦਾ ਉਹਦੇ ਉੱਪਰ। ਜੀ ਸ਼ਰਮਾ ਜੀ, ਜਿਵੇਂ ਕਿਹਾ ਕਿ ਇਨਕਮ ਜਿਹੜੀ ਹੈ ਪ੍ਰੋਫਿਟ 'ਚ ਹੋਣੀ ਚਾਹੀਦੀ ਹੈ, ਕਈ ਵਾਰੀ ਇਨਕਨਸਿਸਟੈਂਟ ਵੀ ਹੋ ਸਕਦੀ ਹੈ ਇਨਕਮ। ਕਿਸੇ ਮਹੀਨੇ ਤੁਹਾਨੂੰ ਪ੍ਰੋਫਿਟ ਹੋਇਆ ਹੋਵੇ, ਕਿਸੇ ਮਹੀਨੇ ਲਾਸ ਹੋਇਆ ਹੋਵੇ। ਜਿਵੇਂ ਹੁਣ ਘਰਾਂ ਦੀ ਮਾਰਕੀਟ ਕੂਲ ਡਾਊਨ 'ਚ ਚੱਲ ਰਹੀ ਹੈ, ਸੋ ਉਸ ਟਾਈਮ ਦੇ ਵਿੱਚ ਕਿਸੇ ਨੂੰ ਘੱਟ ਪੈਸੇ ਵੀ ਬਣੇ ਹੋਣਗੇ, ਕਿਸੇ ਨੂੰ ਬਹੁਤ ਜ਼ਿਆਦਾ ਵੀ ਬਣੇ ਹੋਣਗੇ। ਹੁਣ ਇਨਕਨਸਿਸਟੈਂਸੀ ਤੇ ਕੰਸਿਸਟੈਂਸੀ ਹੋਣਾ ਕਿੰਨਾ ਕੁ ਲਾਜ਼ਮੀ ਹੈ, ਤੇ ਨਾਲ ਨਾਲ ਜਦੋਂ ਅਸੀਂ ਗਰੋਥ ਦੀ ਗੱਲ ਕਰਦੇ ਹਾਂ ਤੇ ਗਰੋਥ ਦੇ ਨਾਲ ਕਿੰਨਾ ਕੁ ਫਰਕ ਪੈਂਦਾ? ਜੀ, ਜੇ ਇਨਕਨਸਿਸਟੈਂਟ ਨਹੀਂ ਹੈ ਤੁਹਾਡੀ ਇਨਕਮ, ਲੈਟਸ ਸੇ ਵੀ ਇੱਕ ਮਹੀਨੇ ਜ਼ਿਆਦਾ ਦੂਜੇ ਮਹੀਨੇ ਘੱਟ, ਉਹਦੀ ਫਿਰ ਐਵਰੇਜ ਲੈਂਦਾ ਹੈ ਬੈਂਕ। ਇੱਕ ਸਾਲ ਦੀ ਇਨਕਮ ਉਹ ਦੇਖਣਗੇ ਵੀ ਇੱਕ ਸਾਲ ਦੇ ਵਿੱਚ ਤੁਹਾਡੇ ਅਪ ਐਂਡ ਡਾਊਨ ਕਰਕੇ ਐਟ ਦੀ ਐਂਡ ਕੀ ਬਚਦਾ ਤੁਹਾਡੇ ਕੋਲ। ਫਿਰ ਉਹ ਕਈ ਵਾਰ 2 ਸਾਲ ਦੀ ਜਿਹੜੀ ਇਨਕਮ ਹੈ ਉਹਨੂੰ ਕੰਪੇਅਰ ਕਰ ਲੈਂਦੇ। ਲੈਟਸ ਸੇ ਵੀ ਇੱਕ ਸਾਲ ਤੁਸੀਂ 50000 ਬਣਾਇਆ, 2 ਸਾਲ 2 ਲੱਖ ਬਣਾਇਆ, ਸੋ 2 ਲੱਖ ਨੂੰ ਉਹ ਇਕੱਠਾ ਕਰਕੇ ਉਹਨਾਂ ਦਾ ਡਿਵਾਈਡ ਬਾਈ 2 ਕਰਕੇ ਐਵਰੇਜ ਕੱਢ ਲੈਂਦੇ ਨੇ। ਸੋ ਜੇ ਜ਼ਿਆਦਾ ਘੱਟ ਹੈ ਉਹਦੇ ਮਿਡਲ 'ਚ ਉਹਨਾਂ ਨੇ ਆ ਜਾਣਾ। ਪਰ ਬਿਜ਼ਨਸ ਲਈ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ, ਬਹੁਤ ਸਾਰੇ ਨਵੇਂ ਪ੍ਰੋਗਰਾਮਸ, ਬਹੁਤ ਸਾਰੇ ਡਿਫਰੈਂਟ ਪ੍ਰੋਗਰਾਮਸ ਨੇ ਡਿਫਰੈਂਟ ਬੈਂਕਾਂ ਦੇ। ਆਪਾਂ ਤੁਹਾਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਹੇਠ ਲਿਆ ਕੇ ਮੌਰਗੇਜ ਕਰਵਾ ਕੇ ਦੇ ਸਕਦੇ ਹਾਂ। ਔਰ ਸੈਲਫ ਇੰਪਲਾਈਡ ਲੋਕ ਜਿਹੜੇ ਨੇ ਉਹਨਾਂ ਨੇ ਬਿਲਕੁਲ ਨਹੀਂ ਘਬਰਾਉਣਾ ਹੈਗਾ, ਔਰ ਤਕੜੇ ਹੋ ਕੇ ਬਿਜ਼ਨਸ ਕਰਨਾ। ਕੈਨੇਡਾ ਐਂਟਰਪ੍ਰੈਨਿਓਰ ਲੋਕਾਂ ਨੂੰ ਲਾਈਕ ਕਰਦਾ ਹੈ। ਕੈਨੇਡਾ ਚਾਹੁੰਦਾ ਹੈ ਕਿ ਲੋਕ ਬਿਜ਼ਨਸ ਕਰਨ, ਲੋਕ ਦੂਜੇ ਲੋਕਾਂ ਨੂੰ ਇੰਪਲਾਇਮੈਂਟ ਦੇਣ, ਔਰ ਸੁਸਾਇਟੀ ਦੇ ਵਿੱਚ ਆਪ ਵੀ ਪ੍ਰੋਸਪਰ ਹੋਣ ਔਰ ਦੂਜਿਆਂ ਨੂੰ ਵੀ ਮੌਕੇ ਦੇਣ। ਸੋ ਜਿਹੜੇ ਬਿਜ਼ਨਸਿਸ ਨੇ ਉਹਨਾਂ ਨੂੰ ਗਵਰਨਮੈਂਟ ਆਫ ਕੈਨੇਡਾ ਸਪੋਰਟ ਵੀ ਕਰਦੀ ਹੈ, ਔਰ ਜੇ ਉਹਨਾਂ ਨੇ ਘਰ ਲੈਣੇ ਨੇ ਉਹਦੇ ਲਈ ਵੀ ਸਪੋਰਟ ਕਰਦੀ ਹੈ। ਸੋ ਕਿ ਪੰਜੇ ਮੁਲੰਕੀ ਉਹਦੇ ਵਿੱਚ ਆ ਸਾਰਿਆਂ ਦੀਆਂ। ਸੋ ਇਹ ਹੈ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਮੌਰਗੇਜ ਲੈ ਸਕਦੇ ਆ, ਨਾਲ ਨਾਲ ਬਿਜ਼ਨਸ ਵੀ ਚਲਾ ਸਕਦੇ ਆ, ਪਰ ਪਲੈਨਿੰਗ ਹੋਣੀ ਚਾਹੀਦੀ ਹੈ, ਪ੍ਰੀ ਪਲੈਨਿੰਗ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਜਿਹੜਾ ਟੈਕਸ ਡਿਡਕਟ ਕਰਨਾ ਹੈ, ਕਿਸ ਤਰ੍ਹਾਂ ਦੇ ਨਾਲ ਅਸੀਂ ਰਾਈਟ ਆਫ ਕਰਨਾ ਹੈ, ਕਿਸ ਤਰ੍ਹਾਂ ਦੇ ਨਾਲ ਅਸੀਂ ਪ੍ਰੋਫਿਟ ਸ਼ੋ ਕਰਨਾ ਹੈ, ਕਿਸ ਤਰ੍ਹਾਂ ਦੇ ਨਾਲ ਅਸੀਂ ਕੈਸ਼ ਨੂੰ ਹੈਂਡਲ ਕਰਨਾ ਹੈ। ਕਿਉਂਕਿ ਕੈਸ਼ ਜੇ ਤੁਹਾਡੇ ਕੋਲ ਆ ਵੀ ਰਿਹਾ ਤਾਂ ਤੁਸੀਂ ਉਹ ਕਿਸ ਤਰ੍ਹਾਂ ਹੈਂਡਲ ਕਰਨਾ, ਉਹਦੇ ਵੀ ਅਲੱਗ-ਅਲੱਗ ਤਰੀਕੇ ਹੋ ਸਕਦੇ ਆ। ਹੁਣ ਇਹਦੇ ਲਈ ਜਦੋਂ ਕ੍ਰੈਡਿਟ ਪ੍ਰੋਫਾਈਲ ਦੀ ਗੱਲ ਆਉਂਦੀ ਹੈ ਤੇ ਉਹਨਾਂ ਦਾ ਅਲੱਗ ਤਰ੍ਹਾਂ ਦਾ ਪ੍ਰੋਫਾਈਲ ਹੁੰਦਾ ਨੌਕਰੀ ਵਾਲੇ ਬੰਦਿਆਂ ਦੇ ਨਾਲ। ਐਗਜ਼ੈਕਟਲੀ, ਦੇਖੋ ਜਿਹੜੀ ਨਾ ਆਪਣੀ ਕ੍ਰੈਡਿਟ ਪ੍ਰੋਫਾਈਲ ਹੁੰਦੀ ਆ, ਕਈ ਵਾਰ ਲੋਕ ਆਨਲਾਈਨ ਵੈਬਸਾਈਟਸ ਤੇ ਆਪਣਾ ਕ੍ਰੈਡਿਟ ਸਕੋਰ ਹੀ ਇਕੱਲਾ ਚੈੱਕ ਕਰਦੇ ਨੇ। ਇਕੱਲਾ ਕ੍ਰੈਡਿਟ ਸਕੋਰ ਵੀ ਵਧੀਆ ਹੋਣਾ ਚਾਹੀਦਾ, ਇਹ 'ਚ ਕੋਈ ਸ਼ੱਕ ਨਹੀਂ, ਪਰ ਉਹਦੇ ਕ੍ਰੈਡਿਟ ਦੇ ਵਿੱਚ ਤੁਹਾਡੀਆਂ ਕ੍ਰੈਡਿਟ ਹਿਸਟਰੀ ਕੀ ਹੈ, ਤੁਹਾਡੀਆਂ ਕ੍ਰੈਡਿਟ ਹੈਬਿਟਸ ਕੀ ਨੇ, ਇਹ ਵੀ ਬੈਂਕ ਚੈੱਕ ਕਰਦਾ। ਔਰ ਉਹਦੇ ਵਿੱਚ ਜਿਹੜਾ ਇੱਕ ਸੈਲਫ ਇੰਪਲਾਈਡ ਬੰਦਾ ਹੈਗਾ ਉਹਦੇ ਜ਼ਿਆਦਾ ਹੈਬਿਟਸ ਹੁੰਦੀਆਂ ਨੇ, ਕਿਉਂਕਿ ਉਹ ਕ੍ਰੈਡਿਟ ਕਾਰਡਸ ਜ਼ਿਆਦਾ ਯੂਜ਼ ਕਰੇਗਾ, ਪਰਚੇਜ਼ ਐਂਡ ਸੇਲ ਕਿੰਨੇ ਹਜ਼ਾਰਾਂ ਦੀ ਕਰੇਗਾ ਮਹੀਨੇ ਦੇ ਵਿੱਚ, ਜ਼ਿਆਦਾ ਚੀਜ਼ਾਂ ਖਰੀਦੇਗਾ, ਫਿਰ ਬਿੱਲ ਵੀ ਵੱਡਾ ਪੇ ਕਰੇਗਾ। ਜਿਹੜਾ ਇੱਕ ਜੌਬ ਵਾਲਾ ਬੰਦਾ ਹੈ ਉਹ ਤਾਂ ਉਨੀ ਕੀ ਗਰੋਸਰੀ ਲਏਗਾ ਜਿੰਨੀ ਕੁ ਉਹਨੂੰ ਘਰ 'ਚ ਲੋੜ ਹੈ, ਉਨੀ ਕੀ ਸ਼ਾਪਿੰਗ ਕਰੇਗਾ ਜਿੰਨੀ ਕੁ ਲੋੜ ਹੈ। ਸੋ ਜਿਹੜਾ ਕ੍ਰੈਡਿਟ ਪ੍ਰੋਫਾਈਲ ਹੈ ਇੱਕ ਬਿਜ਼ਨਸ ਵਾਲੇ ਦੀ ਡਿਫਰੈਂਟ ਹੋਏਗੀ, ਇੱਕ ਜੌਬ ਵਾਲੇ ਬੰਦੇ ਦੀ ਡਿਫਰੈਂਟ ਹੋਏਗੀ, ਔਰ ਉਹਦੇ ਬੇਸ ਤੇ ਉਹਦੀ ਰੇਟਿੰਗ ਵੀ ਬਣੇਗੀ। ਇਹ 'ਚ ਰੇਟਿੰਗ ਵੀ ਆਉਂਦੀ ਹੈ, ਸੋ ਉਸ ਰੇਟਿੰਗ ਦੇ ਹਿਸਾਬ ਦੇ ਨਾਲ ਹੀ ਉਹਦੀ ਮੌਰਗੇਜ ਹੋਏਗੀ।
ਜਿਹੜਾ ਤੁਹਾਡਾ ਸਵਾਲ ਹੈ ਉਹਦਾ ਆਨਸਰ ਮੈਂ ਇਹੀ ਦੇ ਸਕਦਾ ਕਿ ਜੇ ਤੁਸੀਂ ਬਿਜ਼ਨਸ ਦੇ ਵਿੱਚ ਆਪਣੇ ਕ੍ਰੈਡਿਟ ਕਾਰਡਸ ਨੂੰ ਪ੍ਰੋਪਰਲੀ ਯੂਜ਼ ਕਰ ਰਹੇ ਹੋ, ਜੇ ਕੋਈ ਲਾਈਨ ਆਫ ਕ੍ਰੈਡਿਟ ਲਈ ਵੀ ਹੋਈ ਹੈ, ਜੇ ਉਹਨੂੰ ਪ੍ਰੋਪਰਲੀ ਯੂਜ਼ ਕਰਦੇ ਹੋ ਤਾਂ ਕਈ ਵਾਰ ਤੁਹਾਡਾ ਨੁਕਸਾਨ ਨਾ ਕਰਕੇ ਫਾਇਦੇ 'ਚ ਜਾ ਸਕਦੀ ਹੈ। ਸੋ ਕ੍ਰੈਡਿਟ ਆਪਣੇ ਨੂੰ ਪ੍ਰੋਪਰਲੀ ਮੇਨਟੇਨ ਜੇ ਕਰੋਗੇ ਉਹ ਵੀ ਤੁਹਾਡੀ ਹੈਲਪ ਕਰੇਗਾ ਤੁਹਾਡੀ ਮਾਰਗੇਜ ਅਪਰੂਵ ਕਰਨ। ਜਿਵੇਂ ਤੁਸੀਂ ਕਿਹਾ ਕਿ 2 ਸਾਲ ਦੀ ਆ ਤੁਹਾਡਾ ਬਿਜ਼ਨਸ ਹੋਣਾ ਚਾਹੀਦਾ, ਜੇ ਕਿਸੇ ਦਾ 2 ਸਾਲ ਤੋਂ ਘੱਟ ਹੈ ਤਾਂ ਉਹਦੇ ਲਈ ਕੀ ਚਾਂਸਸ ਹੋ ਸਕਦੇ ਆ? ਕਿਉਂਕਿ ਉਹ ਕਹਿੰਦੇ ਆ ਕਿ ਮੈਨੂੰ ਪ੍ਰੋਫਿਟ ਬਹੁਤ ਹੋ ਰਿਹਾ, ਮੈਂ ਹੁਣ ਕਰ ਲੈਣਾ, ਪਰ ਮੇਰਾ ਜਿਹੜਾ ਕੰਮ ਕੀਤੇ ਦਾ ਉਹ ਮੇਰਾ 1 ਸਾਲ ਦਾ ਐਕਸਪੀਰੀਅੰਸ ਹੀ ਹੈ ਜਾਂ 1.5 ਸਾਲ ਦਾ ਐਕਸਪੀਰੀਅੰਸ ਹੈ, ਉਹ 6 ਮਹੀਨੇ ਚਲੋ ਵੇਟ ਕਰ ਸਕਦਾ, ਪਰ 1 ਸਾਲ ਵਾਲਾ ਜਿਹੜਾ ਬੰਦਾ ਹੈ ਉਹ ਕਹਿੰਦਾ ਕਿ ਨਹੀਂ ਮੈਨੂੰ ਅੱਜ ਘਰ ਵੀ ਚਾਹੀਦਾ, ਮੈਂ ਰੈਂਟ ਤੇ ਨਹੀਂ ਹੋਰ ਰਹਿਣਾ, ਉਹਨਾਂ ਦੇ ਲਈ ਕੀ ਆਪਸ਼ਨ ਹੋ ਸਕਦੇ? ਐਗਜ਼ੈਕਟਲੀ ਕੁਝ ਬੈਂਕਾਂ ਨੇ ਜਿਹੜੀਆਂ ਕਿ ਜਿਵੇਂ ਮੈਂ ਦੱਸਿਆ ਕਿ ਇੱਕ ਤਾਂ ਫਾਈਨੈਂਸ਼ੀਅਲ ਸਟੇਟਮੈਂਟਸ ਲੈ ਕੇ 2 ਸਾਲਾਂ ਦੀ ਐਵਰੇਜ ਕਰਦੀਆਂ ਨੇ। ਦੂਸਰਾ ਇਹਦੇ ਵਿੱਚ ਢੰਗ ਇਹ ਹੈ ਕਿ ਆਪਾਂ ਤੁਹਾਡੀ 1 ਸਾਲ ਦੀ ਜਾਂ 6 ਮਹੀਨੇ ਦੀ ਬਿਜ਼ਨਸ ਇਨਕਮ ਜਿਹੜੀ ਆ ਥਰੂ ਤੁਹਾਡੀਆਂ ਬੈਂਕ ਸਟੇਟਮੈਂਟਸ ਉਹਦੇ ਐਕਸਪੈਂਸਿਸ ਸ਼ੋ ਕਰਕੇ ਤੇ ਇੰਟਰਮ ਫਾਈਨੈਂਸ਼ੀਅਲ ਸਟੇਟਮੈਂਟ, ਇੱਕ ਫਾਈਨੈਂਸ਼ੀਅਲ ਸਟੇਟਮੈਂਟ ਬਣਦੀ ਹੈ ਸਾਲ ਤੋਂ ਬਾਅਦ, ਇੱਕ ਹੁੰਦੀ ਇੰਟਰਮ ਵੀ ਮਹੀਨੇ ਦੇ ਮਹੀਨੇ ਕੀ ਹੋਇਆ। ਤੁਹਾਡੇ ਅਕਾਊਂਟੈਂਟ ਸਾਨੂੰ ਜੇ ਇੰਟਰਮ ਫਾਈਨੈਂਸ਼ੀਅਲ ਸਟੇਟਮੈਂਟ ਬਣਾ ਕੇ ਦੇਣਗੇ ਉਹਦੇ ਬੇਸ ਦੇ ਉੱਤੇ ਅਸੀਂ ਤੁਹਾਨੂੰ ਮਾਰਗੇਜ ਅਪਰੂਵ ਕਰਵਾ ਕੇ ਦੇ ਸਕਦੇ ਹਾਂ। ਸੋ ਜ਼ਰੂਰੀ ਨਹੀਂ ਕਿ ਆਪਾਂ ਨੂੰ 2, 3, 4 ਸਾਲ ਦੀ ਵੇਟ ਦੀ ਲੋੜ ਹੈ। ਜੇ ਤੁਹਾਡਾ ਬਿਜ਼ਨਸ ਵਧੀਆ ਚੱਲ ਰਿਹਾ, ਤੁਹਾਡੇ ਕੋਲ ਡਾਊਨ ਪੇਮੈਂਟ ਦੇ ਪੈਸੇ ਹੈਗੇ ਨੇ ਔਰ ਤੁਹਾਡੇ ਕੈਸ਼ ਫਲੋ ਕਾਫੀ ਹੈ ਔਰ ਤੁਸੀਂ ਘਰ ਲੈਣਾ ਚਾਹੁੰਦੇ ਹੋ, ਕਰ ਲੈ ਸਕਦੇ ਹੋ, ਘਰ ਮਿਲ ਜਾਏਗਾ, ਬਿਲਕੁਲ ਘਰ 'ਚ ਹੀ ਮੂਵ ਹੋ ਸਕਦੇ ਹੋ। ਉਹਦੇ ਲਈ ਥੋੜੇ ਬਹੁਤ ਪੈਸੇ ਜਿਹੜੇ ਉਹ ਵੱਧ ਦੇਣੇ ਪੈਣਗੇ, ਪਰ ਇਹ ਹੈ ਕਿ ਉਹ ਡਿਫਰੈਂਸ ਹੋ ਜਾਂਦਾ ਹੈ, ਡਾਊਨ ਪੇਮੈਂਟ ਥੋੜੀ ਜ਼ਿਆਦਾ ਹੋ ਜਾਂਦੀ ਹੈ ਤੇ ਇੰਟਰਸਟ ਵੀ ਜ਼ਿਆਦਾ ਹੋ ਸਕਦਾ ਹੈ। ਸੋ ਕਈ ਵਾਰੀ ਕਹਿੰਦੇ ਕਿ ਕਈ 10% ਤੇ 20% ਤੇ ਜ਼ਿਆਦਾ % ਤੇ ਵੀ ਮਾਰਗੇਜ ਹੋ ਜਾਂਦੀ ਹੈ। ਸੋ ਦੇਖੋ ਮੈਨੂੰ ਵੀ ਪਤਾ ਲੱਗਣ ਲੱਗ ਗਿਆ, ਤੁਸੀਂ ਮਾਰਗੇਜ ਬ੍ਰੋਕਰ ਬਣ ਗਏ ਜੀ ਪੂਰੇ। ਸੋ ਬਿਲਕੁਲ, ਸੋ ਬਹੁਤ ਸਾਰੀਆਂ ਪਰ ਫਿਰ ਵੀ ਬਰੀਕੀਆਂ ਹੈਗੀਆਂ ਨੇ ਜਿਨ੍ਹਾਂ ਤੇ ਧਿਆਨ ਦੇਣ ਦੀ ਲੋੜ ਹੈ। ਟਿਪ ਤੁਸੀਂ ਆਲਰੇਡੀ ਦੇ ਚੁੱਕੇ ਆ, ਪਰ ਫਿਰ ਵੀ ਕੀ ਮੈਸੇਜ ਹੈ ਜੀ ਅੱਜ ਦੇ ਲਈ? ਅੱਜ ਦਾ ਮੈਸੇਜ ਮੈਂ ਦੇਣਾ ਚਾਹੁੰਦਾ ਕਿ ਜਿਹੜੇ ਸੈਲਫ ਇੰਪਲਾਇਡ ਲੋਕ ਨੇ, ਟੈਕਸੀਆਂ ਵਾਲੇ ਲੋਕ ਨੇ, ਜੇ ਉਹਨਾਂ ਕੋਲ 5% ਵੀ ਹੈ, 10% ਵੀ ਹੈ, ਸਟਿਲ ਹੋ ਸਕਦਾ ਤੁਸੀਂ ਕੁਆਲੀਫਾਈ ਹੋ ਸਕਦੇ ਹੋ, ਮੈਨੂੰ ਕੰਟੈਕਟ ਕਰੋ, ਆਪਾਂ ਤੁਹਾਨੂੰ ਘਰ ਲੈ ਕੇ ਦੇ ਸਕਦੇ ਹਾਂ। ਸਟਾਰਟਿੰਗ ਹਮੇਸ਼ਾ ਛੋਟੇ ਘਰ ਤੋਂ ਕਰੋ। ਦੂਜੀ ਮੈਂ ਟਿਪ ਇਹ ਦੇਣੀ ਚਾਹੁੰਦਾ ਕਿ ਇਕੱਲੇ ਆਪਣੇ ਘਰ ਦੇ ਡਾਊਨ ਪੇਮੈਂਟ ਤੇ ਨਾ ਬੈਠੋ। ਕਈ ਵਾਰ ਆਪਾਂ ਕਹਿੰਦੇ ਮੇਰੇ ਕੋਲ 20% ਡਾਊਨ ਪੇਮੈਂਟ ਹੈ ਜਾਂ 10% ਡਾਊਨ ਪੇਮੈਂਟ ਹੈ, ਉਸ ਤੋਂ ਬਾਅਦ ਵੀ ਕੁਝ ਖਰਚੇ ਹੁੰਦੇ ਨੇ। ਉਹਦੀ ਪਹਿਲਾਂ ਸਲਾਹ ਆਪਣੇ ਮਾਰਗੇਜ ਬ੍ਰੋਕਰ ਜਾਂ ਆਪਣੇ ਲਾਇਰ ਨਾਲ ਕਰ ਲਓ। ਤੁਹਾਨੂੰ ਹੋ ਸਕਦਾ ਕਿ ਮਾਰਗੇਜ ਦੀ ਇੰਸ਼ੋਰੈਂਸ ਲੈਣੀ ਪਵੇ, ਹੋ ਸਕਦਾ ਕਿ ਤੁਹਾਨੂੰ ਪ੍ਰਾਪਰਟੀ ਟਰਾਂਸਫਰ ਟੈਕਸ ਦੇਣਾ ਪਵੇ, ਹੋ ਸਕਦਾ ਤੁਸੀਂ ਘਰ ਦੀ ਇਨਸਪੈਕਸ਼ਨ ਕਰਾਉਣੀ ਹੋਵੇ, ਉਹ ਖਰਚੇ ਤੁਹਾਡੇ ਲੱਗ ਸਕਦੇ ਨੇ, ਹੋ ਸਕਦਾ ਕਿ ਤੁਹਾਡਾ ਕੋਈ ਹੋਰ ਖਰਚਾ ਇਹੋ ਜਿਹਾ ਹੋਵੇ ਜਿਹੜਾ ਕਿ ਤੁਹਾਨੂੰ ਦੇਣਾ ਪਵੇ। ਉਹ ਵੀ ਪੈਸਿਆਂ ਦਾ ਅਰੇਂਜਮੈਂਟ ਹੋਣਾ ਜ਼ਰੂਰੀ ਹੈ। ਇਹ ਨਾ ਹੋਵੇ ਕਿ ਐਟ ਦੀ ਐਂਡ ਤੇ ਤੁਸੀਂ ਕੁਝ ਪੈਸੇ ਘੱਟ ਹੋ ਜਾਣ ਔਰ ਫਸ ਜਾਓ, ਉਸ ਟਾਈਮ ਫਿਰ ਦੌੜੋਂ ਭੱਜੋ। ਪ੍ਰੀ ਪਲੈਨਿੰਗ ਕਰੀਏ ਆਪਾਂ ਬੈਠ ਕੇ, ਆਪਾਂ ਪ੍ਰੋਪਰ ਪਲਾਨ ਕਰਕੇ ਆਪਣੇ ਆਪ ਨੂੰ ਐਕਟਿਵਲੀ ਇਨਵੋਲਵ ਕਰਕੇ ਕੀ ਲੈਣਾ, ਕਿੱਦਾਂ ਦਾ ਲੈਣਾ, ਉਹਦੀ ਨੌਲੇਜ ਲੈ ਕੇ ਫਿਰ ਆਪਾਂ ਚੀਜ਼ ਆਪਣੀ ਬਾਈ ਕਰੀਏ। ਔਰ ਰਾਈਟ ਟਾਈਮ ਹੈ, ਹੁਣ ਮੌਕਾ ਆਇਆ ਚੀਜ਼ਾਂ ਲੈਣ ਦਾ, ਹੁਣ ਮੌਕਾ ਆਇਆ ਘਰ ਲੈਣ ਦਾ। ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਵੇਟ ਕਰਾਂਗੇ, ਹੁਣ ਬਾਅਦ 'ਚੋਂ ਲਾਉਂਗੇ। ਜ਼ਿਆਦਾ ਵੇਟ ਕਰੋਗੇ ਪ੍ਰਾਈਸਾਂ ਫਿਰ ਅੱਪ ਚਲੇ ਜਾਣਗੀਆਂ। ਹੁਣ ਰਾਈਟ ਮੌਕਾ ਆਇਆ ਪ੍ਰਾਪਰਟੀ ਲੈਣ ਦਾ, ਕਿਉਂਕਿ ਪ੍ਰਾਪਰਟੀਆਂ ਤੁਹਾਨੂੰ ਗੁੱਡ ਪ੍ਰਾਈਸ ਤੇ ਮਿਲ ਰਹੀਆਂ ਨੇ, ਪ੍ਰਾਪਰਟੀਜ਼ ਤੁਹਾਨੂੰ ਦੇਖ ਕੇ ਮਿਲ ਰਹੀਆਂ ਨੇ। ਆਰਾਮ ਨਾਲ ਤੁਸੀਂ ਆਪਣੀ ਰਿਸਰਚ ਕਰਕੇ ਫੈਮਿਲੀ ਨੂੰ ਦਿਖਾ ਕੇ ਘਰ ਲੈ ਸਕਦੇ ਹੋ। ਤੇ ਮੈਂ ਤਾਂ ਇਹ ਕਹੂੰਗਾ ਕਿ ਇਸ ਮਹੀਨੇ ਅਪ੍ਰੈਲ ਦੇ ਮਹੀਨੇ, ਕਿਉਂਕਿ ਨਗਰ ਕੀਰਤਨ ਵੀ ਆਪਣੇ ਹੁੰਦੇ ਨੇ, ਵਿਸਾਖੀ ਆਉਣ ਵਾਲੀ ਹੈ, ਸੋ ਵਿਸਾਖੀ ਦੇ ਮੌਕੇ ਤੇ ਆਪਣੇ ਸੁਪਨਿਆਂ ਵਾਲਾ ਘਰ, ਆਪਣੇ ਰਹਿਣ ਵਾਲਾ ਘਰ ਲਾਓ ਔਰ ਉਹ 'ਚ ਮੂਵ ਇਨ ਹੋ। ਔਰ ਮਾਰਗੇਜ ਦੀ ਜਿਹੜੀ ਵੀ ਕਿਸੇ ਨੂੰ ਹੈਲਪ ਚਾਹੀਦੀ ਹੈ ਉਹ ਮੈਂ ਦੇਣ ਨੂੰ ਬਿਲਕੁਲ ਤਿਆਰ ਹਾਂ। ਆਮ ਜਸਟ ਏ ਫੋਨ ਕਾਲ ਅਵੇ, ਮੇਰੇ ਨਾਲ ਬੈਠ ਕੇ ਸਲਾਹ ਕਰ ਲਓ, ਆਪਾਂ ਤੁਹਾਡੀ ਮਾਰਗੇਜ ਕਰਾ ਦਾਂਗੇ। ਤੁਸੀਂ ਆਪਣੇ ਘਰ 'ਚ ਮੂਵ ਹੋਵੋ ਇਸ ਵਿਸਾਖੀ ਦੇ ਮਹੀਨੇ ਦੇ ਵਿੱਚ ਔਰ ਆਪਣੀ ਲਾਈਫ, ਆਪਣੇ ਬੱਚੇ, ਆਪਣੇ ਫੈਮਿਲੀ ਦੇ ਨਾਲ ਇੰਜੋਏ ਕਰੋ। ਥੈਂਕ ਯੂ ਸੋ ਮਚ। ਤੇ ਵਿਸਾਖੀ ਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ, ਉਹ ਵੀ ਜਿਹੜਾ ਡਿਸਕਲੋਜ਼ ਕਰਾਂਗੇ। ਪਰ ਮਾਰਗੇਜ ਜ਼ਰੂਰੀ ਹੈ, ਸੋ ਮਾਰਗੇਜ ਦੇ ਲਈ ਵੀ ਤੁਹਾਨੂੰ ਫੋਨ ਕੀਤਾ ਜਾ ਸਕਦਾ। ਤੇ ਹੁਣ ਤੁਹਾਡੀਆਂ ਗੱਲਾਂ 'ਚੋਂ ਮੈਨੂੰ ਅਗਲੇ ਟੌਪਿਕ ਵੀ ਮਿਲ ਗਏ ਆ, ਪਰ ਅੱਜ ਹੀ ਦੱਸ ਦਈਏ ਕਿ ਅਗਲੀ ਵਾਰ ਦੱਸੀਏ? ਜਿੱਦਾਂ ਤੁਹਾਡਾ ਜੀ ਕਰਦਾ, ਤੁਹਾਡੀ ਮਰਜ਼ੀ ਹੈ। ਸੋ ਮਾਰਗੇਜ ਇੰਸ਼ੋਰੈਂਸ ਬਾਰੇ ਜ਼ਰੂਰ ਗੱਲ ਹੋਣੀ ਚਾਹੀਦੀ ਹੈ। ਐਂਡ ਤੇ ਜਿਹੜੇ ਖਰਚੇ ਆ ਉਹਨਾਂ ਬਾਰੇ ਵੀ ਗੱਲ ਹੋਣੀ ਚਾਹੀਦੀ ਹੈ। ਤੁਹਾਡੇ ਕੋਲ ਕੋਈ ਸਵਾਲ ਆ ਤਾਂ ਇਹਦੇ ਬਾਰੇ ਸਵਾਲ ਜ਼ਰੂਰ ਭੇਜੋ। ਅਗਲੇ ਹਫਤੇ ਅਸੀਂ ਤੁਹਾਡੇ ਸਵਾਲ ਵੀ ਜਿਹੜੇ ਸ਼ਾਮਿਲ ਕਰਾਂਗੇ। ਕੀ ਤੁਸੀਂ ਚਾਹੁੰਦੇ ਹੋ ਮਾਰਗੇਜ ਇੰਸ਼ੋਰੈਂਸ ਬਾਰੇ, ਜਾਂ ਹੋਰ ਵੀ ਕੋਈ ਸਵਾਲ ਆ ਤੁਹਾਡੇ ਦਿਮਾਗ ਦੇ ਵਿੱਚ, ਤਾਂ ਜ਼ਰੂਰ ਸਾਨੂੰ ਭੇਜੋ। ਤੁਸੀਂ ਸਾਨੂੰ ਇਨਫੋਰਮੇਸ਼ਨ ਜਿਹੜੀ ਹੈ ਭੇਜ ਸਕਦੇ ਆ, ਸਾਡੀ ਈਮੇਲ ਕਰ ਸਕਦੇ ਆ, ਜਾਂ ਸਿੱਧਾ ਵਿਨੇ ਸ਼ਰਮਾ ਜੀ ਨੂੰ ਫੋਨ ਕਰ ਸਕਦੇ ਆ। ਸੋ ਸ਼ਰਮਾ ਜੀ, ਧੰਨਵਾਦ ਜੀ ਤੁਹਾਡਾ ਅੱਜ ਦੇ ਲਈ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਔਰ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ। ਜੋ ਤੁਸੀਂ ਹੋਰ ਮੈਨੂੰ ਕੁਐਸਚਨਸ ਪੁੱਛਦੇ ਹੋ WhatsApp ਤੇ ਜਾਂ TikTok ਤੇ ਜਾਂ Instagram ਤੇ ਮੈਨੂੰ ਫੋਲੋ ਕਰਦੇ ਹੋ। ਪਲੀਜ਼ ਫੋਲੋ ਕਰੋ ਔਰ ਮੇਰੀ ਵੀਡੀਓਜ਼ ਸ਼ੇਅਰ ਕਰਿਆ ਕਰੋ ਤਾਂ ਕਿ ਬਾਕੀ ਵੀ ਫਾਇਦਾ ਲੈਣ। ਕਿਹਾ ਜਾਂਦਾ ਕਿ ਅੱਛਾਈ ਨੂੰ ਔਰ ਨੌਲੇਜ ਨੂੰ ਜਿੰਨਾ ਵਧਾਓ ਉਨੀ ਫੈਲਦੀ ਹੈ। ਤੁਸੀਂ ਸਵਾਲ ਪੁੱਛੋਗੇ, ਮੇਰੀ ਵੀ ਨੌਲੇਜ ਵਧੇਗੀ। ਤੁਸੀਂ ਮੇਰੀ ਵੀਡੀਓਜ਼ ਨੂੰ ਸ਼ੇਅਰ ਕਰੋਗੇ, ਹੋਰ ਬਾਕੀ ਦੋਸਤਾਂ, ਮਿੱਤਰਾਂ, ਭੈਣਾਂ, ਭਰਾਵਾਂ ਦੀ ਨੌਲੇਜ ਵਧੇਗੀ। ਸੋ ਆਪ ਜੀ ਨੂੰ ਸਭ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਇਸ ਵਿਸਾਖੀ ਤੇ ਮੈਂ ਦੁਬਾਰਾ $500 ਦਾ ਜਿਹੜਾ ਗਿਫਟ ਕਾਰਡ ਹੈ ਫਿਰ ਦੁਬਾਰਾ ਦੇਣ ਜਾ ਰਿਹਾ। ਤੇ ਕਿਸੇ ਨੇ ਵੀ ਮਾਰਗੇਜ ਲੈਣੀ ਹੈ, ਉਹ $500 ਤੁਹਾਡੇ ਬਹੁਤ ਕੰਮ ਆ ਸਕਦੇ ਨੇ। ਤੁਸੀਂ ਉਹ $500 ਵੀ ਲੈ ਸਕੋਗੇ। ਉਹ ਸਾਰੀ ਇਨਫੋਰਮੇਸ਼ਨ ਲੈ ਕੇ ਅਸੀਂ ਤੁਹਾਡੇ ਕੋਲ ਅਗਲੇ ਹਫਤੇ ਫਿਰ ਆਵਾਂਗੇ। ਧੰਨਵਾਦ। ਧੰਨਵਾਦ ਜੀ।
ਸੋ ਬਿਲਕੁਲ ਜੀ, ਅੱਜ ਦਾ ਪ੍ਰੋਗਰਾਮ ਬਿਜ਼ਨਸ ਕਨੈਕਟ ਕਿਸ ਤਰ੍ਹਾਂ ਲੱਗਿਆ ਇਹ ਵੀ ਜਰੂਰ ਦੱਸਿਓ, ਫੀਡਬੈਕ ਜਰੂਰ ਦਿਆ ਕਰੋ। ਜੇ ਮਾਰਗੇਜ ਦੇ ਸੰਬੰਧੀ ਕੋਈ ਵੀ ਸਵਾਲ ਹੈ ਤਾਂ ਕੰਟੈਕਟ ਵਿਨੇ ਸ਼ਰਮਾ। ਇਨਫੋਰਮੇਸ਼ਨ ਲੈ ਕੇ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਆਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।